ਵਾਹਿਗੁਰੂ ਜੀ ਸੁਣਿਐ ਸਿੱਧ ਪੀਰ ਸੁਰਨਾਥ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 8ਵੀਂ ਪੌੜੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤਮਈ ਰਸਨਾ ਤੋਂ ਉਚਾਰਨ ਹੋ ਰਹੀ ਹੈ। ਜਿਹਦੇ ਸਿੱਧਾਂ ਦੇ ਪ੍ਰਸ਼ਨ ਨਹੀਂ, ਉਸ ਤਰ੍ਹਾਂ ਚੱਲਦੀ ਲੜੀਵਾਰ ਵਿਚਾਰ ਦੇ ਵਿੱਚ ਹੀ ਸਿੱਧਾਂ ਨੇ ਕਿਹਾ ਕਿ ਹੇ ਤਪਾ ਜੀ, ਜਿਸ ਪਰਮੇਸ਼ਰ ਵਾਹਿਗੁਰੂ ਦਾ ਸਾਰਿਆਂ ਦੇ ਉੱਤੇ ਬਹੁਤ ਬੜਾ ਪਰਉਪਕਾਰ ਹੈ, ਪਿੱਛੇ ਆਪ ਜੀ ਸਾਰਾ ਕੁਝ ਦੱਸ ਚੁੱਕੇ ਹੋ। ਉਹਦਾ ਬਲ ਬੜਾ ਹੈ, ਉਹਦਾ ਹੁਕਮ ਵੱਡਾ ਹੈ, ਉਹ ਕਿਸੇ ਦਾ ਸਥਾਪਨ ਨਹੀਂ ਕੀਤਾ ਹੋਇਆ, ਅਤੇ ਆਪ ਜੀ ਦੇ ਵਿੱਚ ਤਿਆਗ ਵੀ ਬੜਾ ਹੈ, ਤੀਰਥਾਂ 'ਤੇ ਜਾਣ ਦੀ ਗੱਲ ਔਰ ਲੰਮੀ ਉਮਰ ਦੀਆਂ ਸਾਰੀਆਂ ਗੱਲਾਂ। ਅਤੇ ਹੁਣ ਤੁਸੀਂ ਜਿਸ ਦੇ ਤਾਕਤ ਦੇ ਨਾਲ, ਜਿਹਦੇ ਸਿਮਰਨ ਦੇ ਨਾਲ ਪੰਜ ਭੌਤਿਕ ਸਰੀਰ ਦੇ ਸਮੇਤ ਇਸ ਮੇਰ ਪਰਬਤ ਦੇ ਉੱਤੇ ਚੜ੍ਹ ਆਏ ਹੋ, ਉਹਦੇ ਨਾਮ ਦੇ ਸੁਣਨ ਦਾ ਇੱਕ ਤਾਂ ਮਹਾਤਮ ਦੱਸੋ ਕੀ ਹੈ। ਦੂਸਰਾ, ਤੇ ਜਿਹੜੇ ਗਿਆਨ ਦੇ ਚਾਰ ਸਾਧਨ ਸਰਵਣ, ਮੰਨਣ, ਨਿਧਿਆਸਨ, ਤਤ ਤੁਮ ਪਦਾ ਸੰਸ਼ੋਧਨ, ਇਹ ਦੱਸੋ ਵੀ ਤੁਸੀਂ ਆਪਣੀ ਬਾਣੀ ਦੁਆਰਾ ਕੀ ਸਿੱਖਾਂ ਨੂੰ ਇਹ ਜਿਹੜੇ ਗੂੜ੍ਹ ਸਿਧਾਂਤ ਨੇ, ਅਤੇ ਇਹ ਵੀ ਆਪਣੇ ਸਿੱਖਾਂ ਨੂੰ ਸਿਖਾਲ ਦਿਓ, ਕਿਉਂਕਿ ਇਹ ਪੁਰਾਤਨ ਰੀਤ ਵੇਦਾਂ ਚਲੀ ਆ ਰਹੀ ਹੈ। ਅਤੇ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਫਿਰ ਜਦੋਂ ਉਹਨਾਂ ਨੇ ਇਸ ਤਰ੍ਹਾਂ ਦੇ ਜੋ ਵਿਚਾਰ ਪ੍ਰਸ਼ਨ ਰੂਪ ਦੇ ਵੀ ਕੀਤੀ ਹੈ, ਹੁਣ 4 ਪੌੜੀਆਂ ਮਹਾਰਾਜ ਸਾਹਿਬ ਜੀ ਪਹਿਲਾਂ ਸਰਵਣ ਕਰਨ ਦੀਆਂ, ਸਰਵਣ ਦੇ ਮਹਾਤਮ ਦੀਆਂ ਵਿਚਾਰਨ ਕਰਨਗੇ। ਇਹ ਤਰਤੀਬ ਹੈ: ਸਰਵਣ, ਮੰਨਣ, ਨਿਧਿਆਸਨ, ਤਤ ਤੁਮ ਪਦਾ ਸੰਸ਼ੋਧਨ। 4 ਪੌੜੀਆਂ ਵਿੱਚ ਸਰਵਣ ਸਾਧਨ ਜਿਹੜਾ ਹੈ, ਅਤੇ ਉਸੇ ਦੀ ਗੱਲ ਮਹਾਰਾਜ ਸਾਹਿਬ ਜੀ, ਕਿਉਂਕਿ ਇਹਨਾਂ ਨੇ ਕਿਹਾ ਸੀ ਸਰਵਣ ਦਾ ਮਹਾਤਮ ਵੀ ਦੱਸੋ, ਗਿਆਨ ਦੇ 4 ਸਾਧਨ ਜਿਹੜੇ ਉਹ ਵੀ ਦੱਸੋ। ਗਿਆਨ ਦੇ 4 ਸਾਧਨ ਦੱਸਣਗੇ ਮਹਾਰਾਜ। 4 ਸੁਣਨ ਦੀਆਂ ਪੌੜੀਆਂ ਵਿੱਚ ਸਰਵਣ ਗਿਆਨ ਹੈ, ਫਿਰ ਮੰਨਣ ਗਿਆਨ ਦੀਆਂ 4 ਪੌੜੀਆਂ ਉਚਾਰਨ ਕਰਨਗੇ, ਫਿਰ ਨਿਧਿਆਸਨ ਵਾਸਤੇ 5 ਪ੍ਰਵਾਨ ਦੀ ਪੌੜੀ ਉਚਾਰਨ ਕਰਨਗੇ, ਤਤ ਤੁਮ ਪਦਾ ਸੰਸ਼ੋਧਨ ਵਾਸਤੇ 4 ਪੌੜੀਆਂ ਦੇ ਅੰਤ ਵਿੱਚ ਇੱਕੋ ਹੀ ਟੇਕ ਰੱਖਣਗੇ: ਤੂੰ ਸਦਾ ਸਲਾਮਤ ਨਿਰੰਕਾਰ। ਇਹਦੇ ਵਿੱਚ ਤਤ ਤੁਮ ਪਦਾ ਸੰਸ਼ੋਧਨ ਆਏ। ਇੱਕ ਤਾਂ ਲੜੀਵਾਰ ਜਿਵੇਂ ਸੁਣਦੇ ਜਾਓਗੇ, ਹੁਣ ਜਿਵੇਂ ਸੁਣਨ ਦੀ ਗੱਲ ਜਿਹੜੀ ਹੈ, ਉਹ ਇਕੱਠਾ ਦਿਮਾਗ 'ਤੇ ਭਾਰ ਪਾਉਣ ਦੀ ਬਜਾਏ 4 ਪੌੜੀਆਂ ਵਿੱਚ ਆਏ। ਇਹਦੇ ਅਰਥ, ਇਹਦੇ ਵਿਚਾਰ ਜਿਸ ਪ੍ਰਕਾਰ ਗੁਰੂ ਸਾਹਿਬ ਨੇ ਉੱਤਰ ਦਿੱਤਾ ਕਿ ਸਿੱਧੋ ਸੁਣੋ, ਜੇ ਨਾਮ ਦੇ ਸੁਣਨ ਦੇ ਮਹਾਤਮ ਦੀ ਗੱਲ ਕਰਦੇ ਹੋ, ਔਰ ਜੇ ਗਿਆਨ ਦੇ 4 ਸਾਧਨਾਂ 'ਚ ਸਰਵਣ ਪਹਿਲਾ ਮੁੱਖ ਹੈ, ਮੈਂ ਇਹਦੇ ਤੋਂ ਸ਼ੁਰੂ ਕਰਦਾ ਮਹਾਤਮ ਵੀ, ਔਰ ਸਰਵਣ ਦਾ ਜਿਹੜਾ ਢੰਗ ਤਰੀਕਾ ਹੈ, ਇਹਦੇ ਮਹਾਤਮ ਦੇ ਨਾਲ ਨਾਲ 4 ਸਾਧਨਾਂ ਵਿੱਚੋਂ ਪਹਿਲਾ ਸਾਧਨ ਇਹ ਕਥਨ ਕਰਦੇ ਹਾਂ। ਸੁਣੋ ਜੀ। ਸ੍ਰੀ ਵਾਹਿਗੁਰੂ ਜੀ ਸੁਣਿਐ ਸਿੱਧ ਪੀਰ ਸੁਰਨਾਥ। ਮਾਰੇ ਕਹਿੰਦੇ ਸਿੱਧੋ, ਸੁਣਨ ਦਾ ਮਹਾਤਮ ਹੈ, ਪਹਿਲਾਂ ਥੋਤੋਂ ਹੀ ਸ਼ੁਰੂ ਕਰਦਾ। ਕਹਿੰਦੇ ਜੀ ਉਹ ਕਿਸ ਤਰ੍ਹਾਂ? ਸੁਣਿਆ ਹੈ, ਇੱਕ ਤਾਂ ਵਿਸਰਾਮ ਇੱਥੇ ਰੱਖਣੇ ਨੇ, ਇਹਦੇ ਸੁਣਿਆ ਅਤੇ ਵਿਸਰਾਮ ਲੱਗੂਗਾ। ਸਿੱਧ ਪੀਰ ਸੁਰਨਾਥ ਇਹ ਪੰਕਤੀਆਂ ਇੱਧਰ ਜਾਣਗੀਆਂ, ਵਿਸਰਾਮ ਇੱਥੇ ਆਏ। ਕਹਿੰਦੇ ਸੁਣਨ ਕਰਕੇ ਜਿੰਨੇ ਤੁਸੀਂ ਸਿੱਧ ਲੋਕ ਹੋ, ਸਿੱਧ ਉਹ ਹੁੰਦੇ ਨੇ ਜਿਨ੍ਹਾਂ ਨੇ ਸਿੱਧੀਆਂ ਪ੍ਰਾਪਤ ਕੀਤੀਆਂ, ਅਣਮਾ, ਮਹਿਮਾ, ਗਰਮਾ, ਲਗਮਾ, ਪ੍ਰਾਪਤ, ਪਰਾਕਮਾ, ਈਸ ਦਾ ਵਸੀਕਰਨ, ਇਹ 8 ਸਿੱਧੀਆਂ ਮੁੱਖ ਨੇ ਅਤੇ 10 ਗੌਣ। ਸਭ ਨਿਦਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਇਹ ਨਾਮ ਦੇ ਮਹਾਤਮ ਕਰਕੇ ਹੀ ਸਿੱਧੀਆਂ ਪ੍ਰਾਪਤ ਹੁੰਦੀਆਂ। ਰਿੱਧ ਸਿੱਧ ਨਾਵੈ ਕੀ ਦੱਸ। ਰਿੱਧੀ ਸਿੱਧੀ ਤੁਹਾਨੂੰ ਪ੍ਰਾਪਤ ਹੋਈ ਹੈ, ਨਾਮ ਨਾਲ ਪ੍ਰਾਪਤ ਹੋਈ ਹੈ। ਨਾਮ ਦਾ ਮਹਾਤਮ
ਨਾਮ ਸਰਵਣ ਕਰਨ ਦੇ ਨਾਲ, ਨਾਮ ਦੇ ਪ੍ਰਤਾਪ ਨਾਲ ਤੁਸੀਂ ਸਿੱਧੀਆਂ ਦੇ ਬਲ ਪ੍ਰਾਪਤ ਕਰਕੇ ਸਿੱਧ ਪ੍ਰਾਪਤ ਹੋਏ ਹੋ। ਦੁਨੀਆ 'ਚ ਤੁਹਾਨੂੰ ਪੂਜਦੇ ਆ ਜੀ ਫਲਾਣਾ ਬੜਾ ਸਿੱਧ ਹੈ, 84 ਹੋ ਤੁਸੀਂ, ਇਹ ਤੋਂ ਬਿਨਾਂ ਹੋਰ ਵੀ ਬਥੇਰੇ ਸਿੱਧ ਨੇ। ਅਤੇ ਸਿੱਧ ਤੋਂ ਅੱਗੇ ਸ਼ਬਦ ਹੈ ਪੀਰ। ਇਸਲਾਮ ਦੇ ਵਿੱਚ ਜਿਹੜੇ ਪੂਜਨੀਕ ਫਕੀਰ ਨੇ ਉਹਨਾਂ ਨੂੰ ਪੀਰ ਕਿਹਾ ਜਾਂਦਾ ਹੈ। ਭਾਸ਼ਾ ਦਾ ਹੀ ਅੰਤਰ ਹੈ। ਜਿਹਨੂੰ ਗੁਰੂ ਕਿਹਾ ਜਾਂਦਾ ਅਸਲ 'ਚ ਪੀਰ ਉਸ ਨੂੰ ਕਿਹਾ ਜਾਂਦਾ। ਸੁਰਨਾਮ ਹੈ ਦੇਵਤਿਆਂ ਦਾ। ਮਹਾਰਾਜ ਕਹਿੰਦੇ ਇਸਲਾਮ ਦੇ ਜਿਹੜੇ ਪੀਰ ਹੋਏ ਨੇ, ਫਕੀਰ ਹੋਏ ਨੇ, ਉਹ ਵੀ ਬੰਦਗੀ ਕਰਕੇ ਹੀ, ਨਾਮ ਦੇ ਸਰਵਣ ਕਰਕੇ ਹੀ ਉਹਨਾਂ ਨੂੰ ਪੀਰ ਕਿਹਾ ਗਿਆ, ਉਹਨਾਂ ਨੂੰ ਪੂਜਿਆ ਗਿਆ। ਨਾਮ ਦੇ ਪ੍ਰਤਾਪ ਕਰਕੇ ਸੁਰ ਦੇਵਤੇ ਤੇ ਨਾਥ, ਤੁਹਾਡੇ ਵਿੱਚ ਜਿਹੜੀਆਂ ਨਾਥ ਪਦਵੀਆਂ ਵਾਲੇ 9 ਨਾਥ ਨੇ, ਇਹ ਵੀ ਉਸ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਹੀ ਸੁਣਨ ਦਾ ਪ੍ਰਤਾਪ ਹੈ ਸਾਰਾ। ਇਹ ਸਿੱਧਾਂ ਤੋਂ ਹੀ ਗੱਲ ਸ਼ੁਰੂ ਕੀਤੀ ਮਹਾਰਾਜ ਨੇ। ਜਿਹੜਾ ਪ੍ਰਸ਼ਨ ਉਹਨਾਂ ਨੇ ਕੀਤਾ, ਗੱਲ ਹੀ ਉੱਥੋਂ ਸ਼ੁਰੂ ਕੀਤੀ। ਇਹਦੇ ਕਈ ਅਰਥ ਨੇ ਤੇ ਅਗਲੇ ਅਰਥ ਵਿੱਚ ਹੈ ਸਿੱਧਾਂ, ਪੀਰਾਂ ਤੇ ਸੁਰ ਦੇਵਤਿਆਂ ਅਤੇ ਨਾਥ ਨਾਥਾਂ ਪਾਸੋਂ ਵੀ ਕਹਿੰਦੇ ਪਰਮੇਸ਼ਰ ਦੇ ਨਾਮ ਦੇ ਸਰਵਣ ਦਾ ਹੀ ਮਹਾਤਮ ਤੇ ਉਹੀ ਮਹਿਮਾ ਸੁਣੀ ਗਈ ਆ। ਉਹਨਾਂ ਦੇ ਕੋਲ ਵੀ ਸੁਣਿਆ ਗਿਆ, ਉਹਨਾਂ ਕੋਲ ਵੀ ਇਹੀ ਵੱਡੀ ਹੈ। ਜਾਂ ਫਿਰ ਸਮੁੱਚੇ ਰੂਪ 'ਚ ਕਹਿੰਦੇ ਸਿੱਧੋ ਤੁਹਾਡਾ ਪੀਰ ਕੌਣ ਹੈ? ਸਿੱਧਾਂ ਦਾ ਪੀਰ ਗੋਰਖਨਾਥ। ਸੁਰਨਾਥ ਦੇਵਤਿਆਂ ਦਾ ਸਵਾਮੀ ਕੌਣ ਹੈ? ਇੰਦਰ। ਇਹ ਸਭ ਨਾਮ ਸੁਣਿਆ ਸਰਵਣ ਕਰਕੇ ਹੀ ਮਹਾਨ ਬਣੇ ਨੇ। ਇਹ ਆਪਣੇ ਆਪ ਥੋੜ੍ਹੀ ਮਹਾਨ ਬਣ ਗਏ। ਇਸ ਤੋਂ ਇਲਾਵਾ ਸੁਣਿਆ ਸਿੱਧ ਪੀਰ ਸੁਰਨਾਥ ਤੇ ਸਿੱਧ ਪੀਰ ਜੋ ਸਿੱਧਾਂ ਦੇ ਪੀਰ ਗੋਰਖਨਾਥ ਹੋ ਗਿਆ, ਦੇਵਤਿਆਂ ਦਾ ਇੰਦਰ ਹੋ ਗਿਆ। ਇਹਨਾਂ ਪਾਸੋਂ ਨਾਮ ਸੁਣੀ ਗਿਆ। ਪਰ ਸੁਰ ਦੇਵਤਿਆਂ ਦਾ ਜਿਹੜਾ ਸਵਾਮੀ ਹੈ ਉਹ ਕੌਣ ਹੈ? ਇੰਦਰ ਹੈ। ਇੰਦਰ ਦਾ ਪੀਰ ਕੌਣ ਹੈ? ਬ੍ਰਹਸਪਤ। ਕਹਿੰਦੇ ਉਹਨਾਂ ਦੇ ਕੋਲੋਂ ਵੀ ਨਾਮ ਦਾ ਹੀ ਮਹਾਤਮਾ, ਨਾਮ ਦੀ ਪ੍ਰਸਿੱਧੀ ਇਹ ਸੁਣੀ ਗਈ ਹੈ। ਨਾਮ ਸਰਵਣ ਕਰਕੇ ਹੀ ਉਹ ਸਿੱਧੀ ਨੂੰ ਪ੍ਰਾਪਤ ਹੋਏ ਨੇ। ਦੇਵਤਿਆਂ ਦਾ ਗੁਰੂ ਕਹਾਇਆ ਬ੍ਰਹਸਪਤ ਨੇ, ਉਹ ਬੰਦਗੀ ਕਰਕੇ ਕਹਾਇਆ। ਸਿੱਧ ਜੋ ਮੁਕਤ ਪੁਰਸ਼ ਨੇ, ਪੀਰ ਜੋ ਮੁਸਲਮਾਨਾਂ ਦੇ ਗੁਰੂ ਨੇ, ਸੁਰ ਜੋ ਦੈਵੀ ਸੰਪਦਾ ਵਾਲੇ, ਨਾਥ ਜੋ ਮਨ ਨੂੰ ਨੱਥਣ ਵਾਲੇ, ਇਹ ਸਾਰੇ ਪ੍ਰਭੂ ਦੇ ਨਾਮ ਸੁਣ ਕੇ ਹੀ, ਨਾਮ ਦੇ ਪ੍ਰਤਾਪ ਕਰਕੇ ਹੋਏ ਨੇ। ਜਾਂ ਫਿਰ ਇਹ ਸਾਰੇ ਵਾਹਿਗੁਰੂ ਦਾ ਨਾਮ ਸਰਵਣ ਕਰਦੇ ਨੇ। ਸੁਣਿਆ ਨਾਮ ਨੂੰ ਸੁਣ ਕਰਕੇ ਫਿਰ ਇੱਕ ਹੋਰ ਮਹਾਤਮ ਗਹਿਰਾ ਦੱਸਦੇ ਨੇ। ਨਾਮ ਦੇ ਸਰਵਣ ਕਰਕੇ ਹੀ ਹਉਮੈ ਦੀ ਪੀਰ ਕਹੀਏ ਪੀੜਾ, ਜਾਂ ਫਿਰ ਜੰਮਣ ਮਰਨ ਦੀ ਜਿਹੜੀ ਪੀੜਾ ਹੈ, ਇੱਕ ਤਾਂ ਹੋਊਗੀ ਨਾ ਹਉਮੈ ਦੀ ਪੀੜਾ, ਕਿ ਜੰਮਣ ਮਰਨ ਦੀ ਪੀੜਾ, ਇਹ ਸਾਰੀ ਨਾਸ ਹੋ ਜਾਂਦੀ ਹੈ। ਇਹ ਸਿੱਧ ਕੀ ਹੈ? ਜਿੱਤੀ ਜਾਂਦੀ ਹੈ। ਸਿੱਧ ਦਾ ਅਰਥ ਤੇ ਜਿੱਤ ਲਾ ਲੈਣ। ਸੁਰ ਦੈਵੀ ਸੰਪਦਾ ਵਾਲੇ ਤੇ ਨਾਥ ਮਾਲਕ ਬਣ ਜਾਂਦੇ ਨੇ। ਦੈਵੀ ਸੰਪਦਾ ਜਿਹੜੀ ਹੈ ਸਤ ਸੰਤੋਖ ਦਇਆ ਧਰਮ, ਇਹਦੇ ਮਾਲਕ ਬਣ ਜਾਂਦੇ ਨੇ। ਨਾਮ ਨੂੰ ਸਰਵਣ ਕਰਕੇ ਸਿੱਧ ਮੁਕਤ ਹੋ ਜਾਂਦੇ ਨੇ। ਪੀਰ ਵੱਡੇ ਪੂਜਨੀਕ ਹੋ ਜਾਂਦੇ ਨੇ। ਸੁਰ ਦੇਵਤਿਆਂ ਦਾ ਨਾਥ ਹੈ ਵਿਸ਼ਨੂੰ ਭਗਵਾਨ, ਉਹਦਾ ਰੂਪ ਬਣ ਜਾਂਦੇ ਨੇ। ਕਈਆਂ ਦੀ ਟੇਕ ਉੱਥੇ ਤੱਕ ਹੈ। ਕਹਿੰਦੇ ਸਿੱਧ ਪੁਰਸ਼ ਹੋ, ਪ੍ਰਭੂ ਦਾ ਨਾਮ ਸੁਣਿਆ ਸਰਵਣ ਕਰਕੇ ਪੀਰ ਵੱਡੇ ਕੌਣ? ਪਰਮੇਸ਼ਰ ਦੀ ਪ੍ਰਾਪਤੀ ਦਾ ਕਾਰਜ ਸਿੱਧ ਹੋ ਜਾਂਦਾ ਹੈ। ਜੀਵ ਪ੍ਰਭੂ ਦੇ ਵਿੱਚ ਅਭੇਦ ਹੋ ਜਾਂਦਾ ਹੈ। ਸੁਰਨਾਥ ਦੇਵਤਿਆਂ ਦਾ ਜਿਹੜਾ ਸਵਾਮੀ ਬਣ ਜਾਂਦਾ ਹੈ। ਸੁਰ ਦੇਵਤਿਆਂ ਦਾ ਨਾਥ ਮਾਲਕ ਕੌਣ ਹੈ? ਪੀਰ ਵੱਡਾ ਪੂਜਨੀਕ ਜੋ ਵਾਹਿਗੁਰੂ ਹੈ, ਉਹਦੇ ਸਿੱਧ ਕੀ ਪ੍ਰਾਪਤੀ ਹੋ ਜਾਂਦੀ ਹੈ। ਨਾਮ ਦੇ ਸੁਣ ਕਰਕੇ ਹੁੰਦੀ ਹੈ। ਸੁਰ ਦੇਵਤਿਆਂ ਦੇ ਨਾਥ ਸਵਾਮੀ ਇੰਦਰ ਨੇ ਆਪਣੇ ਗੁਰੂ ਬ੍ਰਹਸਪਤ ਤੋਂ 101 ਸਾਲ ਨਾਮ ਦੀ ਉਹ ਕਥਾ ਸੁਣੀ। ਨਾਮ ਦੀ ਮਹਿਮਾ ਸੁਣਦਾ ਰਿਹਾ। ਜਦੋਂ ਵਿਪਤਾ ਪਈ ਸੀ, ਗੌਤਮ ਨੇ ਸ਼ਰਾਪ ਦੇ ਦਿੱਤਾ ਸੀ, ਉਹਦੇ 'ਚ 1000 ਭਗ ਦੇ ਨਿਸ਼ਾਨ, ਕੋੜ ਫੁੱਟਿਆ,
ਉਹ 101 ਸਾਲ ਫਿਰ ਨਾਮ ਦੇ ਮਹਾਤਮ ਦੁਆਰਾ ਬ੍ਰਿਹਸਪਤ ਨੇ ਇੰਦਰ ਨੂੰ ਠੀਕ ਕੀਤਾ ਸੀ। ਮਹਾਰਾਜ ਕਹਿੰਦੇ ਇਹ ਨਾਮ ਦਾ ਮਹਾਤਮ ਹੈ। ਅਤੇ ਉਹਦੀਆਂ ਜਿਹੜੀਆਂ 1000 ਭਗਾਂ ਸੀ ਉਹਦੇ 1000 ਲੋਇਣ ਨੇਤਰ ਬਣੇ। ਇਸ ਕਰਕੇ ਉਹਦੀ ਪੀੜਾ ਸੀ ਜਿਹੜੀ ਸਿੱਧ ਜਿੱਤੀ ਗਈ। ਪੀਰ ਵੱਡੇ ਜੋ ਪਰਮੇਸ਼ਰ ਦਾ ਨਾਮ ਸੁਣਿਆ, ਸੁਣ ਕੇ ਨਾ ਉਹ ਸਿੱਧੀ ਪ੍ਰਾਪਤ ਦੁਆਰਾ ਜਿਹੜੇ ਵੱਡੇ ਮਹਾਨ ਪੁਰਸ਼ ਹਨ, ਜਾਂ ਇਉਂ ਕਹੋ ਪੀਰ ਵੱਡਾ ਜੋ ਪਰਮੇਸ਼ਰ ਹੈ, ਪਰਮੇਸ਼ਰ ਦੇ ਨਾਮ ਨੂੰ ਸੁਣਿਆ, ਸੁਣ ਕੇ ਉਹਦੀ ਸਿੱਧ ਕੀ ਪ੍ਰਾਪਤੀ ਹੋ ਜਾਂਦੀ। ਜਾਂ ਫਿਰ ਉਹਦੀ ਪ੍ਰਾਪਤੀ ਦੁਆਰਾ 14 ਇੰਦਰੇ, 5 ਕਰਮ ਇੰਦਰੇ, 5 ਗਿਆਨ ਇੰਦਰੇ, 4 ਅੰਤਸ਼ਕਰਨ, 14 ਇਹਨਾਂ ਦੇ ਵਿਸ਼ੇ, 14 ਇਹਨਾਂ ਦੇ ਅਭਿਮਾਨੀ ਦੇਵ, ਉਹਨਾਂ ਤਾਈਂ ਨਾਥ ਨੱਥ ਲਿਆ, ਭਾਵ ਬਸ ਕਰ ਲੈਂਦੇ। ਜਗਤ ਪ੍ਰਸਿੱਧ ਜਿਹੜੇ ਤੁਸੀਂ ਸਿੱਧੋਂ 84 ਇਹਨਾਂ ਦੇ ਬੜੇ ਬੜੇ ਆਚਾਰੀਆ, ਮੰਨੇ ਪ੍ਰਮੰਨੇ ਗੋਰਖਨਾਥ ਵਰਗੇ ਜੋਗੀ, ਮੁਸਲਮਾਨਾਂ ਦੇ ਪੀਰ, ਇਹ ਸਾਰਿਆਂ ਦੇ ਕੋਲੋਂ ਨਾਮ ਦਾ ਹੀ ਮਹਾਤਮ ਸੁਣਿਆ ਗਿਆ। ਅਤੇ ਉਹ ਸਭ ਨਾਮ ਨੂੰ ਹੀ ਸੁਰਜੋ ਸਵਰਗ ਦੇ ਵਸਨੀਕ ਦੇਵਤੇ ਨੇ, ਨਾਥ ਜੋ ਸਿੱਧਾਂ ਜੋ ਤੁਸੀਂ ਮੁਖੀ ਹੋ, ਨੌਨਾਥ, ਸਾਰੇ ਨਾਮ ਨੂੰ ਸੁਣ ਕਰਕੇ ਇਸ ਪਦਵੀਆਂ ਦੇ ਉੱਤੇ ਆਏ ਹੋ ਤੁਸੀਂ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਅੰਦਰ 9 ਨਾਥਾਂ ਦੇ ਨਾਂ ਆਉਂਦੇ ਹੈ। 84 ਸਿੱਧਾਂ ਦੇ ਜੇ ਆਪਾਂ ਨਾਂ ਲੈਣ ਲੱਗੀਏ, ਇਹ ਜੇ ਕਿਸੇ ਨੇ ਨਾਂ ਹੀ ਪੜ੍ਹਨੇ ਨੂੰ ਉਸ ਸਟੀਕ 'ਚੋਂ ਪੜ੍ਹ ਸਕਦੇ ਹੋ, ਗੁਰਬਾਣੀ ਅਰਥ ਭੰਡਾਰ ਦੇ ਵਿੱਚੋਂ। ਅਤੇ ਉਹ ਨਾਮ ਲੈਣ ਲੱਗੇ ਹਾਂ, ਕਾਫੀ ਲੰਮੀ ਲਿਸਟ ਹੈ ਇਹਨਾਂ ਦੀ। ਅਤੇ ਉਹ ਸ਼ੁਰੂ ਹੋ ਕਰਕੇ ਸੁਰ ਸਿੱਧ ਹੈ, ਲੁਹਾਰੀ ਪਾ ਹੈ, ਭੰਗਰਨਾਥ ਹੈ, ਹਾਜੀ ਰਤਨ ਹੈ, ਖਿੰਥਲ ਆਦਿ ਇਹਨਾਂ ਦੇ ਨਾਂ ਹਨ। ਅਤੇ 9 ਨਾਥ ਜਿਹੜੇ ਭਾਈ ਸੰਤੋਖ ਸਿੰਘ ਨੇ ਲਿਖਿਆ, ਉਹਨਾਂ 'ਚ ਇੱਕ ਤਾਂ ਲਿਖਿਆ ਪ੍ਰਾਣਨਾਥ, ਅਤੇ ਦੂਜੇ ਲਿਖਿਆ ਗੋਪੀਨਾਥ। ਅਤੇ ਇਹ ਜਿਹੜੇ ਇਹਨਾਂ ਦੇ ਨਾਂ ਸਾਰਿਆਂ ਦੇ, ਸੂਰਤਨਾਥ ਤੀਸਰਾ, ਚੌਥਾ ਗੋਰਖਨਾਥ, ਪੰਜਵਾਂ ਮਛੰਦਰਨਾਥ, ਛੇਵਾਂ ਮੰਗਲਨਾਥ, ਸੱਤਵਾਂ ਚਰਪਟਨਾਥ, ਅੱਠਵਾਂ ਚੰਬਾਨਾਥ, ਨੌਵਾਂ ਘੁੱਗੂਨਾਥ, ਇਹ ਇਹਨਾਂ ਦੇ ਨਾਂ ਹਨ। ਅਤੇ 9 ਨਾਥ ਗ੍ਰੰਥਾਂ ਦੇ ਵਿੱਚ 2 ਤਰ੍ਹਾਂ ਦੀਆਂ ਪੱਧਤੀਆਂ, ਇੱਕ ਇਹ ਨਾਮ ਮੰਨੇ, ਇੱਕ ਦੂਸਰੇ ਨਾਮ ਮੰਨੇ। ਆਦਿਨਾਥ ਸ਼ਿਵ ਜੀ ਦਾ ਅਵਤਾਰ, ਮਛੰਦਰਨਾਥ ਮੱਛੀ ਦੇ ਪੇਟੋਂ ਜਿਸ ਦਾ ਜਨਮ ਮੰਨਿਆ ਪੁਰਾਣਾਂ 'ਚ, ਤੀਸਰਾ ਉਦੈਨਾਥ ਪਾਰਵਤੀ ਦਾ ਅਵਤਾਰ ਹੈ। ਇਹ ਤੋਂ ਆਈ ਪੰਥ ਚੱਲੇ, ਆਈ ਪੰਥੀ ਸਵਲ ਜਮਾਤੀ ਅੱਗੇ ਹੋਣੀ ਹੈ। ਸੰਤੋਖਨਾਥ ਇਹ ਵਿਸ਼ਨੂੰ ਜੀ ਦਾ ਅਵਤਾਰ ਮੰਨਿਆ। ਖੰਥੜਨਾਥ ਇਹ ਗਣੇਸ਼ ਦਾ ਅਵਤਾਰ ਮੰਨਿਆ। ਸਤਨਾਥ ਇਹ ਬ੍ਰਹਮਾ ਦਾ ਅਵਤਾਰ ਮੰਨਿਆ। ਅਚੰਭਨਾਥ ਚੰਬੇ ਦਾ ਰਾਜਾ, ਜਿਹੜਾ ਪਰਬਤ ਦਾ ਅਵਤਾਰੀ ਪੁਰਖ ਮੰਨਿਆ। ਚੁਰੰਜੀਨਾਥ ਅਸਲ ਦੇ ਵਿੱਚ ਇਹ ਪੂਰਨ ਭਗਤ ਹੈ, ਸਾਲਵਾਹਨ ਦਾ ਪੁੱਤਰ ਸੀ। 9 ਨਾਥਾਂ 'ਚ ਗਿਣਤੀ ਗਈ, ਕਮਾਈ ਬਹੁਤ ਵੱਡੀ ਸੀ ਪੂਰਨ ਭਗਤ ਦੀ। ਗੋਰਖਨਾਥ ਇਹ ਮਹਾਦੇਵ ਦਾ ਅਵਤਾਰ ਮੰਨਿਆ। ਇਸ ਕਰਕੇ ਮਹਾਰਾਜ ਕਹਿੰਦੇ ਵੀ ਇਹ ਐਡਾ ਵੱਡੇ ਜਿਹੜੇ ਸਾਰੇ ਤੁਹਾਡੇ ਨਾਥ, ਤੁਹਾਡੇ 84 ਸਿੱਧ, ਮੁਸਲਮਾਨਾਂ ਦੇ ਬੜੇ ਬੜੇ ਸਤਿਕਾਰਯੋਗ ਪੀਰ, ਸੁਣਿਆ ਸਿੱਧ ਪੀਰ ਸੁਰਨਾਥ, ਦੇਵਤਿਆਂ ਦੇ ਵੱਡੇ ਬ੍ਰਿਹਸਪਤੀ ਹੋਇਆ, ਇੰਦਰ ਹੋਇਆ, ਇਹ ਸਾਰੇ ਨਾਮ ਦੇ ਮਹਾਤਮ ਕਰਕੇ ਹੀ ਪੂਜੇ ਜਾਂਦੇ। ਅਤੇ ਉਹ ਮਛੰਦਰਨਾਥ ਦੀ ਗੱਲ ਆਉਂਦੀ ਹੈ ਵੀ ਇੱਕ ਵਾਰ ਕਰੌਂਚ ਦੀਪ 'ਤੇ, ਉਹ ਸਾਗਰ ਦੇ ਕੰਢੇ ਦੇ ਉੱਤੇ, ਪਾਰਵਤੀ ਨੇ ਵਾਰ-ਵਾਰ ਕਿਹਾ ਜੀ ਤੁਹਾਡੇ ਕੋਲ ਅਮਰ ਕਥਾ ਹੈ। ਉਹ ਕਿਤੇ ਅਸਲ ਦੇ ਵਿੱਚ ਨਾਰਦ ਨੇ ਪਾਰਵਤੀ ਨੂੰ ਕਹਿ ਦਿੱਤਾ ਵੀ ਮਾਤਾ, ਜਿਹੜੀ ਮਹਾਦੇਵ ਜੀ ਦੇ ਗਲ ਦੇ ਵਿੱਚ ਮਾਲਾ ਪਾਈ ਵੀ ਹੈ, ਤੁਹਾਨੂੰ ਪਤਾ ਹੈ ਇਹ ਕਾਹਦੀ ਹੈ? ਕਹਿੰਦੇ ਵੀ ਇਹ ਮਨੁੱਖ ਦੀਆਂ ਖੋਪਰੀਆਂ ਦੀ ਮਾਲਾ ਹੈ, ਮੈਨੂੰ ਪਤਾ ਹੈ। ਕਹਿੰਦੇ ਨਹੀਂ, ਇਹ ਆਪ ਅਮਰ ਹੈ, ਵੀ ਤੇਰੇ ਜਨਮ ਹੋਈ ਜਾਂਦੇ ਨੇ, ਸ਼ਾਦੀ ਇਹਦੇ ਨਾਲੇ ਹੁੰਦੀ ਆ, ਵਿਆਹ ਇਹਦੇ ਨਾਲੇ ਹੁੰਦਾ, ਉਹ ਤੇਰੀਆਂ ਖੋਪਰੀਆਂ ਇਕੱਠੀਆਂ ਕਰ ਕਰਕੇ ਹੀ ਨਾ ਇਹ ਗਲ 'ਚ ਮਾਲਾ ਬਣਾਈ ਫਿਰਦਾ, ਤੇਰੇ ਜਨਮ ਵਾਲੇ ਹੋ ਗਏ, ਤੂੰ ਵੀ ਅਮਰ ਹੋ ਜਾ। ਉਹ ਕਹਿੰਦੇ ਠੀਕ। ਉਹ ਕਹਿੰਦੇ ਸੁਆਮੀ, ਮੈਨੂੰ ਤਾਂ ਨਾਰਦ ਨੇ ਦੱਸਿਆ ਤੁਹਾਡੇ ਕੋਲ ਅਮਰ ਕਥਾ ਹੈ, ਵੀ ਉਹਦਾ ਬਹੁਤ ਵੱਡਾ ਮਹਾਤਮ ਹੁੰਦਾ ਵੀ ਅਮਰ ਹੋ ਜਾਂਦਾ, ਵੀ ਤੁਸੀਂ ਅਮਰ ਹੋ, ਮੈਨੂੰ ਵੀ ਅਮਰ ਕਰ ਦਿਓ। ਉਹ ਕਹਿੰਦੇ ਪਾਰਵਤੀ ਜੀ ਦੇ ਕਰਮਾਂ 'ਚ ਉਹੀ ਲਾਭ ਪ੍ਰਾਪਤ ਕਰ ਸਕਦਾ, ਜੇ ਕਰਮਾਂ 'ਚ ਨਾ ਹੋਵੇ ਕਾਹਨੂੰ ਮਿਲਦੀ ਹੈ।
ਵੀ ਚਲੋ ਮੈਂ ਤੈਨੂੰ ਇਨਕਾਰ ਨਹੀਂ ਕਰਦਾ। 3 ਥਾਂ ਤੇ ਕਥਾ, ਕਰੌਂਚਦੀਪ, ਸਵੇਗਦੀਪ, ਅਮਰਨਾਥ, ਪਰ ਤਿੰਨੇ ਥਾਂ ਤੇ ਸੁਣਦੀ ਰਹੀ ਹੈ, ਕਥਾ ਦਾ ਲਾਭ ਨਹੀਂ ਪ੍ਰਾਪਤ ਹੋਇਆ, ਪਰ ਹੋਰਾਂ ਨੂੰ ਹੁੰਦਾ ਰਿਹਾ। ਤੇ ਸ਼ਿਵ ਜੀ ਸੁਣਾਉਣ ਲੱਗ ਪਏ ਕਥਾ ਕਰੌਂਚਦੀਪ ਸਾਗਰ ਦੇ ਕੰਢੇ 'ਤੇ। ਕਥਾ ਸੁਣਦਿਆਂ ਸੁਣਦਿਆਂ ਪਾਰਵਤੀ, ਕੁਦਰਤੀ ਗੱਲ ਹੈ ਵੀ ਜਦੋਂ ਬਾਹਰ ਵਾਤਾਵਰਨ ਘਬਰਾਹਟ ਦਾ ਹੋਵੇ ਨੀਂਦ ਨਹੀਂ ਆਉਂਦੀ। ਕਈ ਲੋਕ ਗੋਲੀਆਂ ਖਾ ਖਾ ਕੇ ਵੀ ਸੌਂਦੇ ਆ, ਕਰਵਟਾਂ ਲਈ ਜਾਂਦੇ ਨੇ, ਨੀਂਦ ਨਹੀਂ ਪੈਂਦੀ। ਕਿਤੇ ਨਾ ਕਿਤੇ ਦਿਮਾਗ ਦੇ 'ਚ ਕੋਈ ਘਬਰਾਹਟ ਦਿਲ ਦੀਆਂ ਤਹਿਆਂ 'ਤੇ ਬੈਠੀ ਹੁੰਦੀ, ਪਰੇਸ਼ਾਨੀ ਹੋ ਜਾਂਦੀ ਹੈ। ਅਤੇ ਜਦੋਂ ਕਿਤੇ ਬਿਲਕੁਲ ਐਨ ਸ਼ਾਂਤੀ ਹੋ, ਜਾਂ ਇਉਂ ਕਹਿ ਲਓ ਵੀ ਬਾਹਰ ਬਹੁਤ ਅੱਤ ਦਰਜੇ ਦੀ ਗਰਮੀ ਪੈਂਦੀ ਹੋਵੇ, ਨੀਂਦ ਨਹੀਂ ਆਉਂਦੀ। ਅਤੇ ਜਦੋਂ ਕਿਤੇ ਠੰਡ ਹੋਵੇ ਦਿਨੇ ਵੀ ਨੀਂਦ ਆਉਣ ਲੱਗ ਜਾਂਦੀ ਹੈ। ਹੁਣ ਕਥਾ ਦਿੰਦੀ ਹੈ ਸ਼ਾਂਤੀ। ਇਹਦੇ 2 ਤਰ੍ਹਾਂ ਦੀ ਗੱਲ ਮੰਨੀ ਹੈ। ਇੱਕ ਤਾਂ ਕਥਾ ਦੇ ਵਿੱਚ ਨੀਂਦ ਉਹਨਾਂ ਨੂੰ ਆਉਂਦੀ ਹੈ ਜਿਨ੍ਹਾਂ ਦੇ ਪਿਛਲੇ ਮਾੜੇ ਕਰਮ ਨੂੰ। ਤੁਲਸੀ ਪੂਰਵ ਕਰਮ ਤੇ ਹਰ ਜਸ ਸੁਣਿਓ ਨ ਜਾਏ, ਕਹਿ ਉਂਗੈ ਕਹਿ ਨਰਪ੍ਰੈ ਕਹਿ ਘਰ ਕੋਟ ਜਾਏ। ਇੱਕ ਹੁੰਦੀ ਆ ਵੀ ਸ਼ਾਂਤੀ ਆਉਣ ਲੱਗੀ, ਉਹ ਸੁੱਖ ਦੇ ਵਿੱਚ ਨੀਂਦ ਆ ਜਾਂਦੀ ਹੈ। ਸਾਵਧਾਨ ਰਹਿਣਾ ਚਾਹੀਦਾ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰਚੀਤ। ਉਹ ਪਾਰਵਤੀ ਨੂੰ ਨੀਂਦ ਆ ਗਈ, ਨੀਂਦ ਆ ਗਈ। ਉਹ ਆਪਣੇ ਆਨੰਦ ਕਥਾ ਸੁਣਾਈ ਗਈ ਸ਼ਿਵ ਜੀ। ਅਤੇ ਜਦੋਂ ਕਥਾ ਦੀ ਸਮਾਪਤੀ ਹੋਈ, ਪਾਰਵਤੀ ਦੀ ਅੱਖ ਖੁੱਲ੍ਹੀ ਅਤੇ ਸਾਹਮਣੇ ਦੇਖਿਆ ਇੱਕ ਮੱਛੀ ਐਨ ਟਕਾ 'ਚ ਖੜ੍ਹੀ ਹੈ। ਅਤੇ ਕਹਿਣ ਲੱਗੀ, ਸਵਾਮੀ, ਮੱਛੀ ਦਾ ਸੁਭਾਅ ਤਾਂ ਚੰਚਲ ਹੁੰਦਾ ਹੈ, ਇਹ ਬਹੁਤ ਟਕਾ 'ਚ ਖੜ੍ਹੀ ਹੈ, ਇਹ ਤਾਂ ਐਂ ਖੜ੍ਹੀ ਹੈ ਜਿਵੇਂ ਸਮਾਧੀ ਲੱਗੀ ਹੁੰਦੀ। ਕਹਿੰਦੇ, ਪਾਰਵਤੀ ਤੂੰ ਕਥਾ ਸੁਣਦੀ ਸੁਣਦੀ ਸੌਂ ਗਈ, ਇਹ ਕਥਾ ਸੁਣਦੀ ਰਹੀ। ਕਹਿੰਦੇ ਇਹਦੇ 'ਤੇ ਕਥਾ ਦਾ ਇੰਨਾ ਅਸਰ ਹੋ ਗਿਆ, ਇਹਦੀ ਚੰਚਲਤਾ ਹੀ ਖਤਮ ਹੋ ਗਈ, ਟਿਕਾ ਆ ਗਿਆ ਇਹਦੇ ਮਨ 'ਚ। ਇਹ ਸੁਣਨ ਦਾ ਮਹਾਤਮ ਮੱਛੀ ਨੂੰ, ਇਹ ਨਹੀਂ ਵੀ ਪਸ਼ੂਆਂ ਪੰਛੀਆਂ 'ਤੇ ਇਹਨਾਂ 'ਤੇ ਵੀ ਅਸਰ ਹੋ ਜਾਂਦਾ। ਪਾਰਵਤੀ ਕਹਿੰਦੀ, ਚਲੋ ਵੀ ਮੈਂ ਤਾਂ ਸੁਣ ਨਹੀਂ ਸਕੀ, ਵੀ ਇਹ ਤਾਂ ਪਸ਼ੂ ਜੂਨ ਹੈ, ਕਥਾ ਕੋਈ ਸਮਝ ਥੋੜ੍ਹੀ ਆਉਂਦੀ ਸੀ, ਮੱਛੀ ਨੂੰ ਕੀ ਪਤਾ ਵੀ ਤੁਸੀਂ। ਉਹ ਕਹਿੰਦੇ ਵੀ ਕਥਾ ਸਮਝ ਆਵੇ ਨਾ ਆਵੇ, ਪਰ ਸਮਝ ਦਾ ਮਹਾਤਮ ਤਾਂ ਮਿਲਦਾ ਹੀ ਮਿਲਦਾ ਹੈ ਨਾ, ਜਿਹੜਾ ਸੁਣਨ ਦਾ ਕਥਾ ਦਾ। ਦਵਾਈ ਦੇ ਵਿੱਚ ਕੀ ਕੀ ਪਾਇਆ ਵੈਦ ਨੇ, ਕਿਹੜੀ ਗੋਲੀ ਦੇ ਵਿੱਚ ਕਿਹੜੇ ਕਿਹੜੇ ਸਾਲਟ ਪਾਏ, ਉਹਨੂੰ ਪਤਾ ਹੈ ਕਿਸੇ ਨੂੰ, ਖਾਣ ਵਾਲੇ ਨੂੰ। ਉਹਨੂੰ ਕਹਿਤਾ ਵੀ ਇਹ ਦਵਾਈ ਖਾ ਲੈ ਤੈਨੂੰ ਆਰਾਮ ਆ ਜਾਊਗਾ। ਕਥਾ ਮੁਕਤੀ ਦਿੰਦੀ ਹੈ। ਅਸੀਂ ਪੈਂਦੇ ਗੱਲ ਵੀ ਜਿਹੜੀ ਗੱਲ ਕਥਾ 'ਚ ਸਮਝ ਨਹੀਂ ਆਈ ਵੀ ਉਹਦਾ ਕੀ ਫਾਇਦਾ। ਫਿਰ ਜਿਹੜੀ ਦਵਾਈ ਬਾਰੇ ਤੁਹਾਨੂੰ ਪਤਾ ਹੀ ਨਹੀਂ ਵੀ ਕੀ ਕੀ ਪਾਇਆ ਹੋਇਆ ਇਹਦੇ 'ਚ, ਫਿਰ ਉਹ ਦਵਾਈ ਕਿਉਂ ਖਾ ਲੈਂਦੇ, ਕੌੜੀ ਤੋਂ ਕੌੜੀ ਵੀ ਖਾ ਲੈਂਦੇ। ਕਥਾ ਸਮਝ ਆਵੇ ਨਾ ਆਵੇ, ਇਹਦਾ ਮਹਾਤਮ ਸਰੋਤੇ ਨੂੰ ਮਿਲੇਗਾ ਮਿਲੇ। ਉਹ ਕਹਿੰਦੀ, ਸਵਾਮੀ ਫਿਰ ਇਹਨੂੰ ਮਹਾਤਮ ਕੀ ਮਿਲੂਗਾ। ਹੁਣ ਇੱਥੇ ਪੁਰਾਣ ਦੇ ਵਿੱਚ ਜਿਹੜੀ ਗੱਲ ਲਿਖੀ ਹੈ, ਮੈਂ ਉਹਦਾ ਖੰਡਨ ਨਹੀਂ ਕਰਦਾ, ਪੁਰਾਤਨਤਾ 'ਤੇ ਮੈਂ ਕੋਈ ਕਿੰਤੂ ਨਹੀਂ ਕਰਦਾ। ਉੱਥੇ ਲਿਖਿਆ ਹੈ ਵੀ ਸ਼ਿਵ ਜੀ ਕਹਿੰਦਾ ਵੀ ਹੁਣ ਇਹਦਾ ਮਹਾਤਮ ਇਹ ਮਿਲੂਗਾ ਵੀ ਇਹਦੀ ਕਲਿਆਣ ਕਰਨ ਵਾਸਤੇ ਕਥਾ ਦਾ ਮਹਾਤਮ ਕਰਕੇ ਇਹਦੇ ਪੇਟ ਦੇ ਵਿੱਚੋਂ ਇੱਕ ਯੋਗੀ ਪੈਦਾ ਹੋਊਗਾ, ਉਹਦੇ ਕਰਕੇ ਫਿਰ ਇਹਦਾ ਵੀ ਉਧਾਰ ਹੋ ਜਾਊਗਾ। ਉਹ ਫਿਰ ਜਦੋਂ ਮੋਹਣੀ ਅਵਤਾਰ ਧਾਰਨ ਕੀਤਾ, ਅਨਿਸ਼ਤਰ ਹੋਇਆ, ਇਹਦੀ ਬਿੰਦ ਡਿੱਗੀ ਅਤੇ ਉਹਨੇ ਮੱਛੀ ਨੇ ਖਾਧੀ, ਖੇ ਉਹਦੇ ਪੇਟ ਦੇ ਵਿੱਚੋਂ ਮਛੰਦਰਨਾਥ ਪੈਦਾ ਹੋਇਆ। ਪਰ ਇਸੇ ਗੱਲ ਨੂੰ ਦੇਖੋ, ਕੁਦਰਤ ਦੇ ਉੱਤੇ ਕੋਈ ਕਿੰਤੂ ਨਹੀਂ। ਅਤੇ ਮਹਾਰਿਸ਼ੀ ਵਾਲਮੀਕ ਨੇ ਉਹ ਤਾਂ ਕੁਛ ਤੋਂ ਕਛੂ ਬਣਾ ਦਿੱਤਾ, ਇੱਕ ਦਬ ਦੇ ਵਿੱਚੋਂ ਇੱਕ ਬੱਚਾ। ਇਹ ਸ਼ਕਤੀ ਦੇ ਨਾਲ ਕਿੱਥੋਂ ਕੀ ਨਹੀਂ ਬਣਾਇਆ ਜਾ ਸਕਦਾ, ਇਹ ਵੀ ਠੀਕ ਹੈ। ਪਰ ਦੂਸਰਾ ਇਹ ਵੀ ਤਾਂ ਹੋ ਸਕਦਾ ਕਿ ਸ਼ਿਵ ਜੀ ਨੇ ਇਹ ਗੱਲ ਕੁਛ ਹੋਰ ਕਹੀ ਹੋਵੇ, ਪ੍ਰਚਲਿਤ ਹੋਰ ਹੋਈ ਵੀ ਹੁਣ ਇਹ ਮੱਛੀ ਸਰੀਰ ਤਿਆਗ ਕੇ ਮਨੁੱਖਾ ਸਰੀਰ ਵਿੱਚ ਆਊਗੀ, ਔਰਤ ਦੀ ਜੂਨ ਦੇ ਵਿੱਚ ਇਹਦੇ ਪੇਟ ਦੇ ਵਿੱਚੋਂ ਫਿਰ ਅੱਗੇ ਇੱਕ ਯੋਗੀ ਪੈਦਾ ਹੋਊਗਾ। ਅਤੇ ਉਹ ਪੁਰਾਣੇ ਸਮੇਂ ਦੇ ਅੰਦਰ ਆਪਰੇਸ਼ਨ ਦੇ ਤਰੀਕੇ ਬਹੁਤੇ ਵਧੀਆ ਨਹੀਂ ਸੀ ਹੁੰਦੇ। ਜਨਮ ਲੈਣ ਵੇਲੇ ਉਹਦਾ ਪੇਟ ਪਾੜ ਕੇ ਬੱਚਾ ਕੱਢਿਆ ਗਿਆ, ਅਤੇ ਅੰਦਰ ਤੋਂ ਕੀ ਲਿਖਿਆ, ਮਛੰਦਰਨਾਥ, ਮੱਛ ਜਮਾ ਅੰਦਰ। ਉਹ ਮੱਛੀ ਦਾ ਪਿਛਲਾ ਜਨਮ ਹੋਣ ਕਰਕੇ ਅਗਲੇ ਜਨਮ ਦੇ ਵਿੱਚ ਮਛੰਦਰ ਹੀ ਕਿਹਾ ਗਿਆ। ਮੱਛ ਦੇ ਵਿੱਚੋਂ, ਮੱਛੀ ਦੀ ਜੂਨ ਚੋਂ ਸੀ ਮਾਂ ਉਹਦੀ, ਮਛੰਦਰ। ਮਹਾਰਾਜ ਕਹਿੰਦੇ ਵੀ ਇਹ ਸਾਰਾ ਨਾਮ ਦਾ ਮਹਾਤਮ ਨਹੀਂ। ਅਤੇ ਤੁਹਾਡਾ ਗੋਰਖਨਾਥ ਨੂੰ ਕਹਿੰਦੇ ਤੇਰਾ ਗੁਰੂ ਬਣੇ ਬੈਠਾ ਉਹਨੇ ਮਛੰਦਰਨਾਥ। ਸੁਣਿਆ ਸਿੱਧ ਪੀਰ ਸੁਣ, ਇਹ ਨਾਮ ਦਾ ਮਹਾਤਮ ਹੀ ਹੈ ਸਿੱਧੋ। ਸੁਣਿਆ ਧਰਤ ਧਵਲ ਆਕਾਸ। ਮਹਾਰਾਜ ਸਾਹਿਬ ਜੀ ਕਹਿੰਦੇ ਨੇ
ਅੱਗੇ ਤੋਰਦੇ ਨੇ ਹੁਣ ਸੁਣਨ ਦੀ ਗੱਲ। ਪਰਮਾਤਮਾ ਦੇ ਨਾਮ ਨੂੰ ਸੁਣਨ ਕਰਕੇ ਧਰਤ ਤੱਤੇ ਨੂੰ ਸਿਆਰੀ ਲੱਗੀ ਵੀ ਹੈ। ਅਰਥ ਦੇ ਵਿੱਚ ਧਰਤੀ ਬਣ ਜਾਏਗੀ। ਪਾਠ ਦੇ ਵਿੱਚ ਧਰਤੀ, ਤਵਲ ਧੌਲਾ ਬਲਦ, ਪਾਤਾਲ ਅਤੇ ਆਕਾਸ਼, ਇਹ ਵੱਖਰੇ ਵੱਖਰੇ ਜਾਣੀਦੇ ਨੇ। ਤਿੰਨਾਂ ਲੋਕਾਂ ਦਾ ਗਿਆਨ ਸੁਣਨ ਕਰਕੇ ਹੋਊਗਾ ਨਾ, ਵੀ ਆਹ ਫਲਾਨੀ ਚੀਜ਼ ਆ, ਆਕਾਸ਼ ਹੈ, ਇੱਕ ਧੌਲਾ ਬਲਦ ਹੈ ਜੀ, ਅਤੇ ਇਹ ਸਾਰੀਆਂ ਚੀਜ਼ਾਂ, ਇਹ ਧਰਤੀ ਹੈ, ਸੁਣਨ ਕਰਕੇ ਇਹਦਾ ਗਿਆਨ। ਦੂਸਰਾ, ਪਰਮਾਤਮਾ ਦੇ ਨਾਮ ਨੂੰ ਸੁਣਿਆ ਹੀ ਸੁਣਨ ਦੇ ਨਾਲ ਧਵਲ ਧਰਮ ਰੂਪੀ ਬਲਦ, ਉਹਦੇ ਵਿੱਚ ਇੰਨੀ ਸ਼ਕਤੀ ਹੈ ਕਿ ਉਹ ਧਰਤੀ ਨੂੰ ਆਕਾਸ਼ ਗਗਨ ਦੇ ਵਿੱਚ ਚੁੱਕੀ ਖੜਾ ਹੈ। ਇਹ ਧਰਮ ਰੂਪੀ ਬਲਦ ਹੈ, ਹੋਰ ਕੋਈ ਗਾਂ ਨੂੰ ਪੈਦਾ ਹੋਇਆ ਵਾ ਨਹੀਂ ਹੈ। ਧੌਲ ਧਰਮ ਦਇਆ ਕਾ ਪੂਤ। ਇਸ ਕਰਕੇ ਜਾਂ ਫਿਰ ਇਉਂ ਸਮਝੋ, ਸੁਣਿਆ ਪ੍ਰਭੂ ਦੇ ਨਾਮ ਨੂੰ ਸੁਣਿਆ ਸੁਣਨ ਕਰਕੇ ਹੀ ਇਹ ਜਿਹੜੀ ਸਾਡੀ ਬੁੱਧੀ ਹੈ ਧਰਤੀ ਦੀ ਨਿਆਈ ਹੈ। ਸਾਧ ਸੰਗਤ ਜੀ, ਜਿਹੜਾ ਸਾਡਾ ਹਿਰਦਾ ਇਹ ਆਕਾਸ਼ ਦੀ ਨਿਆਈ ਹੈ। ਧਰਤੀ ਰੂਪ ਬੁੱਧੀ, ਆਕਾਸ਼ ਰੂਪ ਹਿਰਦਾ, ਇਹ ਧਵਲ ਕੀ ਉੱਜਲ ਹੋ ਜਾਂਦੇ ਨੇ ਨਾਮ ਸੁਣਨ ਕਰਕੇ, ਪਵਿੱਤਰ ਹੋ ਜਾਂਦੇ ਨੇ। ਹੁਣ ਬੁੱਧੀ ਪਵਿੱਤਰ ਨਹੀਂ, ਹਿਰਦਾ ਪਵਿੱਤਰ ਨਹੀਂ। ਨਾਮ ਨੂੰ ਸੁਣਨ ਕਰਕੇ ਹੀ ਧਰਤੀ ਤੋਂ ਧੀਰਜ ਦਾ ਗੁਣ, ਖਿਮਾ ਦਾ ਗੁਣ, ਧਰਮ ਰੂਪੀ ਧਵਲ ਬੈਲ ਤੋਂ ਨਿਮਰਤਾ ਦਾ ਗੁਣ, ਆਕਾਸ਼ ਤੋਂ ਅਸੰਗਤਾ ਦਾ ਗੁਣ, ਇਹ ਗੁਣ ਪ੍ਰਾਪਤ ਹੋ ਜਾਂਦੇ। ਸੁਣਨ ਕਰਕੇ ਹੋਣਗੇ ਨਾ। ਇਹ ਭਾਈ ਆਕਾਸ਼ ਨਿਰਖੋਭ ਹੈ, ਅਤੇ ਤੁਹਾਡੀ ਬਿਰਤੀ ਇਸ ਤਰ੍ਹਾਂ ਦੀ ਹੋ ਜਾਵੇ, ਉਹਦੇ ਕਾਮ ਕਰੋ ਆਦਿ ਖੋਭਣ ਨਾ। ਧਰਤੀ ਵਿੱਚ ਧੀਰਜਤਾ ਦਾ ਗੁਣ ਹੈ, ਅਸੰਗਤਾ ਦੇ ਗੁਣ, ਧੀਰਜਤਾ ਦੇ ਗੁਣ, ਖਿਮਾ ਦੇ ਗੁਣ, ਇਹ ਸਾਰੇ ਨਾਮ ਨੂੰ ਸੁਣ ਕਰਕੇ ਪ੍ਰਾਪਤ ਹੁੰਦੇ ਨੇ। ਜਾਂ ਫਿਰ ਵਾਹਿਗੁਰੂ ਦਾ ਜਿਹੜਾ ਨਾਮ ਹੈ ਉਹਨੂੰ ਸੁਣਨ ਕਰਕੇ ਧਰਤ ਪ੍ਰਿਥਵੀ ਧਵਲ, ਧਰਤ ਨੂੰ ਚੱਕਣ ਵਾਲਾ ਜਿਹੜਾ ਧਰਮ ਰੂਪੀ ਆਕਾਸ਼ ਗਗਨ ਦੇ, ਇਹਨਾਂ ਦੇ ਅਭਿਮਾਨੀ ਦੇਵਤੇ, ਉਹ ਪ੍ਰਭਤਾ ਨੂੰ ਪ੍ਰਾਪਤ ਹੋਏ। ਵਾਹਿਗੁਰੂ ਦੇ ਨਾਮ ਸੁਣਿਆ ਸੁਣਨ ਕਰਕੇ ਧਰਤੀ ਨਿਰਾਧਾਰ ਖੜੀ ਹੈ। ਧਵਲ ਧਰਮ ਰੂਪੀ ਧੌਲ ਬਲਦ ਧਰਤੀ ਦਾ ਭਾਰ ਚੁੱਕੀ ਖੜਾ ਹੈ, ਧਰਮ ਰੂਪੀ ਬਲਦ। ਆਕਾਸ਼ ਸਵਰਗ ਲੋਕ, ਬ੍ਰਹਮ ਲੋਕ, ਆਕਾਸ਼ ਦੇ ਵਿੱਚ ਨਿਰਾਸਰੀ ਖੜੇ ਨੇ। ਇਹ ਨਾਮ ਦਾ ਹੀ ਮਹਾਤਮ ਹੈ। ਸੁਖਮਨੀ ਸਾਹਿਬ ਦੇ ਗੁਰੂ ਅਰਜਨ ਦੇਵ ਜੀ ਨੇ ਉਹ ਸਾਰੀ ਪੌੜੀ ਨਹੀਂ ਕੋਈ, ਨਾਮ ਕੇ ਧਾਰੇ, ਇਹ ਸਾਰੇ ਨਾਮ ਦੇ ਆਸਰੇ। ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆਂ ਸਭ ਭਵਨ, ਨਾਮ ਕੇ ਸੰਗ ਉਧਰੇ ਸੁਨ ਸਰਵਨ। ਪ੍ਰਭੂ ਦੇ ਨਾਮ ਨੂੰ ਸੁਣ ਕੇ ਦੇਹ ਰੂਪੀ ਧਰਤੀ ਧਵਲ ਕੀ ਉਜਲੀ ਪਵਿੱਤਰ ਹੋ ਜਾਂਦੀ ਹੈ। ਹਿਰਦੇ ਰੂਪੀ ਆਕਾਸ਼ ਵਿੱਚ ਨਾਮ ਦਾ ਸਰਵਣ ਕਰਨ ਕਰਕੇ ਤੇ ਉਹ ਪਰਮੇਸ਼ਰ ਵਾਹਿਗੁਰੂ, ਉਹਦੇ ਨਾਮ ਨੂੰ ਸੁਣਿਆ ਸਰਵਣ ਕਰਨ ਵਾਲੇ ਬ੍ਰਹਮ ਬੇਤਿਆਂ ਦਾ ਧਰਤੀ ਆਕਾਸ਼ ਵਿੱਚ ਧਵਲ ਉਜਲ ਜਸ ਹੋਇਆ ਉਹਨਾਂ ਦਾ। ਤੋ ਇਸ ਪ੍ਰਕਾਰ ਧਰਮੀ ਪੁਰਸ਼ ਧਰਤੀ ਤੇ ਆਕਾਸ਼ ਵਿੱਚ ਪ੍ਰਭੂ ਦਾ ਨਾਮ ਸੁਣਿਆ ਸੁਣਦੇ ਨੇ। ਉਹਨਾਂ ਨੂੰ ਸਾਰੀ ਜਗ੍ਹਾ ਹੀ ਦਿਖਦਾ ਹੈ, ਧਰਤ ਪਾਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ। ਸੁਣਨ ਦੇ ਉੱਤੇ ਸਤਸੰਗ ਦੇ ਵਿੱਚ ਕੀ ਹੁੰਦਾ ਹੈ, ਪਰਮਾਤਮਾ ਦਾ ਜਸ ਸੁਣਿਆ ਜਾਂਦਾ। ਪੁਰਾਣਾਂ ਦੇ ਵਿੱਚ ਕਥਾ ਹੁੰਦੀ ਹੈ ਕਿ ਇੱਕ ਵਾਰੀ ਵਿਸ਼ਵਾਮਿੱਤਰ ਜੀ ਜਿਹੜੇ ਭਗਵਾਨ ਰਾਮ ਚੰਦਰ ਜੀ ਦੇ ਸ਼ਸਤਰ ਵਿਦਿਆ ਦੇ ਗੁਰੂ ਹੋਏ, ਜਿਹੜੇ ਵਸ਼ਿਸ਼ਟ ਜੀ ਹੋਏ ਹੈ ਇਹ ਬ੍ਰਹਮ ਵਿਦਿਆ ਦੇ ਗੁਰੂ ਹੋਏ ਹੈ। ਰਾਮ ਚੰਦਰ ਜੀ ਦੇ ਦੋਨੋਂ ਗੁਰੂ ਸੀ, ਪਰ ਇਹਨਾਂ ਦੀ ਆਪਸ ਵਿੱਚ ਹੀ ਥੋੜ੍ਹਾ ਜਿਹਾ ਮਤਭੇਦ ਸੀ, ਹੁੰਦੇ ਰਹਿੰਦੇ ਨੇ ਰਿਸ਼ੀਆਂ ਦੇ ਵੀ, ਸੰਤਾਂ ਭਗਤਾਂ ਦੇ ਵੀ। ਅਤੇ ਉਹ ਬਿਰਤੀ ਦਾ ਫਰਕ ਹੁੰਦਾ ਹੈ, ਕਿਤੇ ਰਜੋਗੁਣ ਪ੍ਰਧਾਨ, ਕਿਤੇ ਤਮੋਗੁਣ। ਬਿਰਤੀਆਂ ਦੀ ਲੜਾਈ ਹੈ, ਸਾਧੂਆਂ ਦੀ ਲੜਾਈ ਨਹੀਂ ਹੈ। ਮਨ ਦੇ ਵੈਰ ਭਾਵ ਨੂੰ ਛੱਡ ਕੇ ਇੱਕ ਸਮਾਂ ਇਹੋ ਜਿਹਾ ਆਇਆ ਕਿ ਉਹਨੇ ਸੋਚਿਆ ਵੀ ਮੈਂ 101 ਪੁੱਤ ਵੀ ਮਾਰਿਆ ਇਹਦਾ, ਇਹਨੇ ਫਿਰ ਵੀ ਮੈਨੂੰ ਬੁਰਾ ਨਹੀਂ ਕਿਹਾ। ਅਤੇ ਇੱਕ ਦਿਨ ਫਿਰ ਦਰਸ਼ਨ ਕਰਨ ਵਾਸਤੇ ਆਉਂਦਾ ਹੈ। ਜਦੋਂ ਆਇਆ ਨੇੜੇ, ਫਿਰ ਮਨ ਦੇ ਵਿੱਚ ਸੋਚਿਆ, ਮਨਾ ਸਾਧੂਆਂ ਦੀ ਮਰਿਆਦਾ ਹੈ, ਸ਼ਾਸਤਰਾਂ ਦੇ ਵਿੱਚ ਲਿਖਿਆ ਹੋਇਆ ਵੀ ਖਾਲੀ ਹੱਥ ਨਹੀਂ ਜਾਣਾ ਚਾਹੀਦਾ। ਮੈਂ ਭੇਟਾ ਤੋਂ ਰਿਕਤ ਪਾਨ ਦਰਸੇ ਨਹੀਂ, ਭੂ ਭਿਖ ਗੁਰਦੇਵ, ਫਲ ਦੀਏ ਫਲ ਪਾਈਏ, ਫਲੇ ਨਾ ਫਲ ਬਿਨ ਸੇਵ। ਮੈਂ ਖਾਲੀ ਹੱਥ ਆ ਗਿਆ।
ਉਹਨੇ ਕਿਹਾ ਵੀ ਚਲੋ ਕੋਈ ਬਾਤ ਨਹੀਂ, ਜੇ ਦੁਨਿਆਵੀ ਭੇਟਾ ਨਹੀਂ, ਪਦਾਰਥ ਨਹੀਂ, ਤਾਂ ਮੇਰੇ ਕੋਲ ਤਪੱਸਿਆ ਦਾ ਬਲ ਬਹੁਤ। ਉਹ ਜਦ ਮੱਥਾ ਟੇਕਣ ਲੱਗਿਆ ਉਹਨੇ ਕਿਹਾ, ਹੇ ਮੁਨੀਵਰ, ਮੈਂ ਸੰਸਾਰ ਦੀ ਭੇਟਾ ਦਾ ਨਹੀਂ ਕੋਈ ਲੈ ਕੇ ਆਇਆ, ਮੈਂ ਤਪੱਸਿਆ ਬੜੀ ਕੀਤੀ ਹੈ ਵੀ 58,000 ਵਰ੍ਹੇ ਦੀ ਤਪੱਸਿਆ ਦਾ ਫਲ ਮੈਂ ਤੈਨੂੰ ਮੱਥਾ ਟੇਕਣ ਦੇ ਨਾਲ ਹੀ ਦਿੰਦਾ ਕਿ ਤੈਨੂੰ ਮਿਲੇਗਾ ਇਹਦਾ ਫਲ, ਇਹ ਤੇਰੀ ਦਰਸ਼ਨੀ ਭੇਟ ਹੈ। ਹੁਣ ਮਰਜ਼ਾਦਾ ਹੈ ਵੀ ਜੇ ਕੋਈ ਲੈਣ ਦੇਣ ਦੇ ਵਿੱਚ ਦੂਸਰਾ ਵੀ ਕਹਿੰਦਾ ਵੀ ਜੇ ਇਹਨੇ ਮੈਨੂੰ ਕੁਛ ਦਿੱਤਾ ਮੈਂ ਇਹਨੂੰ ਖਾਲੀ ਨਾ ਮੋੜਾਂ। ਉਹ ਕਹਿਣ ਲੱਗੇ, ਇਹ ਮੁਨੀਵਰ, ਜੇ ਤੂੰ ਐਡਾ ਵੱਡਾ ਦਿਲ ਦਿਖਾਇਆ ਹੈ, 58,000 ਵਰ੍ਹੇ ਤਪੱਸਿਆ ਦਾ ਫਲ ਤੂੰ ਮੈਨੂੰ ਮੱਥਾ ਟੇਕ ਦਿੱਤਾ ਹੈ, ਕਹਿੰਦੇ ਫਿਰ ਮੈਂ ਤੈਨੂੰ ਵੀ ਭੇਟਾ ਦੇਣਾ, ਅਤੇ ਮੈਂ ਤੈਨੂੰ ਦੇਣਾ ਵੀ 4 ਘੜੀ ਸਤ ਸੰਗਤ ਦੇ ਵਿੱਚ ਨਾਮ ਦੇ ਸੁਣੇ ਦਾ ਮਹਾਤਮ ਮੈਂ ਤੈਨੂੰ ਬਖਸ਼ਿਆ। ਹੁਣ ਉਹਦੇ ਮਨ ਦੇ ਵਿੱਚ ਫਿਰ ਖਿਆਲ ਆਇਆ, ਉਹ ਕਹਿਣ ਲੱਗਿਆ, ਹੇ ਮੁਨੀਵਰ, ਵੀ ਜੇ ਤੁਸੀਂ ਨਹੀਂ ਦੇਣਾ ਨਾ ਦਿੰਦੇ ਭਾਵੇਂ, ਪਰ ਤੁਸੀਂ ਇਹ ਮੇਰੀ ਐਡੀ ਵੱਡੀ ਭੇਟਾ ਦੇ ਬਰਾਬਰ ਛੋਟੀ ਜਿਹੀ ਭੇਟਾ ਦੇ ਕੇ ਮੇਰਾ ਅਪਮਾਨ ਕਰ ਦਿੱਤਾ। ਉਹ ਵਿਆਹਾਂ ਦੇ ਵਿੱਚ ਦੇਖਿਆ ਨਾ, ਆਮ ਬੀਬੀਆਂ ਦਾ ਖਿਆਲ ਹੁੰਦਾ ਹੈ, ਅਖੇ ਜੀ ਜਦੋਂ ਸਾਡੀ ਵਾਰੀ ਸੀ ਅਸੀਂ ਵਧੀਆ ਵਧੀਆ ਸੂਟ ਦਿੱਤੇ, ਇਹ ਹੁਣ ਇਹਦੀ ਵਾਰੀ ਆਈ, ਕਹਿੰਦੇ ਆ ਲੈ ਗਰੀਬਾਂ ਨੂੰ ਦੇਣ ਵਾਲਾ ਬਣੀ, ਇਹੋ ਜਿਹਾ ਮੱਥੇ ਮਾਰ ਦਿੱਤਾ ਹੁੰਦਾ ਨਾ ਇਹ। ਹੁਣ ਉਹ ਕਹਿਣ ਲੱਗੇ, ਮੈਂ ਐਡੀ ਵੱਡੀ ਭੇਟਾ 58,000 ਸਾਲ ਦੀ ਤਪੱਸਿਆ ਦਾ ਫਲ ਦਿੱਤਾ ਹੈ, ਇਹ ਤੁਸੀਂ 4 ਘੜੀਆਂ। ਵਸਿਸ਼ਠ ਜੀ ਹੱਸ ਕੇ ਕਹਿੰਦੇ, ਵਿਸ਼ਵਾਮਿੱਤਰ ਜੀ, ਅਸਲ ਦੇ ਵਿੱਚ ਜਦੋਂ ਬੰਦਾ ਖੁਸ਼ ਹੁੰਦਾ ਹੈ ਅਤੇ ਉਹ ਖੁਸ਼ੀ ਦੇ ਵਿੱਚ ਕਈ ਵਾਰੀ ਕਾਹਲ ਕਰ ਬੈਠਾ, ਕਹਿੰਦੇ ਮੈਂ ਵੀ ਕਾਹਲ ਕਰ ਬੈਠਾ, ਕਹਿੰਦੇ ਵੈਸੇ ਐਡੇ ਵੱਡੇ ਫਲ ਦੀ ਤੈਨੂੰ ਦੇਣ ਦੀ ਲੋੜ ਨਹੀਂ ਸੀ ਤੇਰੇ ਮੁਕਾਬਲੇ 'ਚ ਤਾਂ, ਪਰ ਮੈਂ ਖੁਸ਼ ਹੋ ਕੇ ਕਹਿੰਦੇ ਜ਼ਿਆਦਾ ਦੇ ਬੈਠਾ ਤੈਨੂੰ। ਉਹ ਕਹਿੰਦਾ ਮੈਂ ਕਹਿੰਦਾ ਘੱਟ ਦਿੱਤਾ, ਤੂੰ ਕਹਿੰਦਾ ਵੱਧ ਦਿੱਤਾ। ਆਪਣੀ ਆਪਣੀ ਚੀਜ਼ ਨੂੰ ਤਾਂ ਦੁਨੀਆ ਸਲਾਹੁੰਦੀ ਹੈ, ਇਹਦਾ ਨਿਆਂ ਕਹਿੰਦੇ ਵੀ ਇਹਦਾ ਨਿਆਂ ਤਾਂ ਕੋਈ ਹੋਰ ਹੀ ਕਰ ਸਕਦਾ। ਕਿੱਥੇ ਚਲੋ ਜੀ, ਕਹਿੰਦੇ ਆਪਾਂ ਚੱਲਦੇ ਹਾਂ ਬ੍ਰਹਮਾ ਜੀ ਦੇ ਕੋਲ। ਬ੍ਰਹਮਾ ਕੋਲ ਗਏ, ਕਹਿੰਦੇ ਜੀ ਆਹ ਸਾਡਾ ਝਗੜਾ ਦੋਨਾਂ ਦਾ, ਵੀ ਝਗੜਾ ਏਕ ਨਿਬੇੜੋ ਰਾਮ, ਨਿਬੇੜੋ। ਬ੍ਰਹਮਾ ਨੇ ਦੇਖਿਆ ਵੀ ਜਿਹਦੇ ਪੱਖ ਦੀ ਗੱਲ ਚਲੀ ਗਈ ਮੇਰੇ ਫੈਸਲੇ 'ਚ, ਉਹਨੇ ਮੇਰੇ 'ਤੇ ਫਿਰ ਗੁੱਸਾ ਨਾ ਹੋ ਸਕਦਾ ਸਰਾਫ ਹੀ ਦੇ ਦੇਣ, ਮੈਂ ਤਾਂ ਇਹ ਝਗੜੇ ਨਾ, ਸਿਆਣਾ ਬੰਦਾ ਕਿਸੇ ਦੇ ਝਗੜੇ 'ਚ ਨਹੀਂ ਆਉਂਦਾ। ਉਹ ਕਹਿੰਦਾ ਵੀ ਐਂ ਕਰੋ ਤੁਸੀਂ, ਵੀ ਮੇਰਾ ਤਾਂ ਕੰਮੇ ਨਹੀਂ ਤਪੱਸਿਆ ਕਰਨ ਦਾ, ਮੇਰਾ ਕੰਮੇ ਨਹੀਂ ਨਾਮ ਜਪਣਾ ਜਪਾਉਣਾ, ਮੈਂ ਤਾਂ ਭਾਂਡੇ ਸਾਜਣ ਵਾਲਾ, ਬਈ ਨਾਮ ਦਾ ਮਹਾਤਮ ਸੁਣਨ ਦਾ ਸ਼ਿਵ ਜੀ ਜਾਣਦਾ ਹੈ। ਨਾਮ ਮਹਾਤਮ ਸ਼ੰਕਰ ਜਾਣਤ, ਘੋਰ ਹਲਾਲ ਲੀਏ ਪਚਾਈ। ਉਹਨੂੰ ਪਤਾ ਹੈ ਨਾਮ ਦੇ ਮਹਾਤਮ। ਇਹ ਸ਼ਿਵ ਜੀ ਕੋਲ ਚਲੇ ਗਏ, ਕਹਿੰਦੇ ਜੀ ਆਹ ਝਗੜਾ ਹੈ, ਨਿਬੇੜੋ। ਉਹਨੇ ਕਿਹਾ ਵੀ ਕੰਮ ਗੜਬੜ ਹੈ, ਵੀ ਇਹ ਰਿਸ਼ੀ ਨੇ, ਮੈਂ ਕਾਹਨੂੰ ਨਾਰਾਜ਼ ਕਰਨਾ ਹੈ। ਉਹ ਕਹਿੰਦਾ ਜੀ ਦੇਖੋ ਮੇਰੀ ਬਿਰਤੀ ਤਮੋਗੁਣ ਹੈ, ਬਈ ਗੱਲ ਇਹ ਹੈ ਵੀ ਇਹ ਕੰਮ ਤਾਂ ਸਤੋਮੀ ਬਿਰਤੀ ਵਾਲਾ ਹੀ ਦੱਸ ਸਕਦਾ, ਇਹ ਨਿਆਂ ਉਹ ਕਰੂਗਾ, ਤੁਸੀਂ ਵਿਸ਼ਨੂੰ ਜੀ ਦੇ ਕੋਲ ਚਲੇ ਜਾਓ। ਉਹ ਵਿਸ਼ਨੂੰ ਜੀ ਕੋਲ ਆ ਗਏ। ਵਿਸ਼ਨੂੰ ਜੀ ਨੇ ਵੀ ਉਹੀ ਸੋਚਿਆ ਕਿ ਮੈਂ ਤਾਂ ਸਾਰਿਆਂ ਦਾ ਸਾਂਝਾ ਹਾਂ, ਵੀ ਰਿਸ਼ੀਆਂ ਦੇ ਕਲੇਸ਼ ਦੇ ਵਿੱਚ ਮੈਂ ਕਾਹਨੂੰ ਪਵਾਂ। ਉਹ ਕਹਿੰਦੇ ਭਾਈ ਦੇਖੋ, ਨਾਲ ਇਹ ਵੀ ਗੁਪਤ ਰੱਖੀ ਗੱਲ। ਭਗਵਾਨ ਜੀ ਨੇ ਸੋਚਿਆ ਵੀ ਮੈਂ ਨਾਮ ਦਾ ਮਹਾਤਮ ਇਹ ਆਪ ਕਹਾਂ, ਇਹ ਗੱਲ ਨਹੀਂ ਬਣਦੀ। ਉਹ ਕਹਿੰਦੇ ਵੀ ਜੀ ਨਾਮ ਦਾ ਮਹਾਤਮ ਤੁਸੀਂ ਇੱਕ ਬੰਦਾ ਦੱਸ ਸਕਦਾ ਹੈ, ਹੋਰ ਕੋਈ ਰਿਸ਼ੀ ਮੁਨੀ ਤੇ ਨਹੀਂ ਦੱਸ ਹੋਣਾ, ਨਾ ਇਹ 7 3 ਤੋਂ ਕਿਸੇ ਨੂੰ ਦੱਸ ਹੋਏ। ਕਹਿੰਦੇ ਕੌਣ? ਕਹਿੰਦੇ ਵੀ ਸ਼ੇਸ਼ਨਾਗ ਕੋਲ ਚਲੇ। ਉਹ ਨਿਤ 1000 ਨਵੇਂ ਨਾਮ ਰੱਖ ਕੇ 2000 ਸ਼ੇਸ਼ਨਾਗ ਸਿਰ ਸਹਿਸ ਮਨਾਈ, 2 ਸ਼ਾਂਸ ਰਸਨਾ ਸੁਹਾਈ, ਰੜਤ ਅਵ ਲਗੇ ਨਾਮ ਪਾਰਾ ਤੁਮਰਾ ਤਉ ਨ ਪਾਵਤ ਪਾਰ। ਵੀ ਤੁਸੀਂ ਉਹਦੇ ਕੋਲ ਚਲੇ, ਉੱਥੇ ਚਲੇ ਗਏ। ਉਹ ਹੁਣ ਵੱਡਾ ਭਗਤ ਹੈ, ਧਰਤੀ ਦੀ ਜ਼ਿੰਮੇਵਾਰੀ ਵੀ ਸਹੀ ਚੱਕਰ ਕੱਟੇ, ਸਹੀ ਚੱਕਰ ਘੁੰਮੇ, ਦਿਨ ਰਾਤ ਉਹਦੇ ਨਾਲ ਬਣਦੇ ਨੇ, ਅਤੇ ਧਰਤੀ ਖਿਲਰ ਨਾ ਜਾਏ, ਫਟ ਨਾ ਜਾਏ। ਇਹ ਸਾਰੀ ਜ਼ਿੰਮੇਵਾਰੀ ਸ਼ੇਸ਼ਨਾਗ, ਜਿਹੜਾ ਪ੍ਰਾਣਾਧਾਰੀ ਇੱਕ ਦੇਵਤਾ, ਬਹੁਤ ਵੱਡਾ ਭਗਤ ਹੈ, ਰੱਬ ਦਾ ਸਭ ਤੋਂ ਵੱਡਾ ਭਗਤ ਕਹਿ ਰਹੀ। ਅਤੇ ਉਹਨੂੰ ਜਾ ਕੇ ਕਹਿਣ ਲੱਗੇ ਜੀ ਸਾਡਾ ਝਗੜਾ ਭਗਵਾਨ ਜੀ ਨੇ ਭੇਜਿਆ। ਉਹ ਕਹਿੰਦੇ ਜੀ ਗੱਲ ਇਹ ਹੈ, ਮੈਨੂੰ ਤਾਂ ਵੇਲ ਹੀ ਨਹੀਂ ਹੈ, ਪਹਿਲਾਂ ਤੁਸੀਂ ਐਂ ਕਰੋ ਵੀ ਮੇਰੀ ਧਰਤੀ ਦਾ ਭਾਰ ਜਿਹੜਾ ਸਾਰਾ ਕੰਟਰੋਲ ਹੈ, ਇਹ ਆਪਣੀ ਤਪੱਸਿਆ ਦੇ ਨਾਲ, ਨਾਮ ਮਹਾਤਮਾ ਨਾਲ, ਪਹਿਲਾਂ ਤੁਸੀਂ ਇਹਨੂੰ ਸਾਂਭੋ। ਮੈਂ ਮੇਰੇ ਜਿਹਦੇ ਸਿਰ 'ਤੇ ਪੰਡ ਚੱਕੀ ਹੋਵੇ ਇਹਨੂੰ ਕੋਈ ਗੱਲ ਨਹੀਂ ਪਾਵੇ। ਉਹ ਕਹਿੰਦਾ ਵੀ ਭਾਈ ਠਹਿਰ ਜਾ, ਮੈਂ ਪੰਡ ਸੁੱਟ ਕੇ ਹੀ ਗੱਲ ਕਰ ਸਕਦਾ। ਉਹ ਕਹਿੰਦਾ ਵੀ ਆਹ ਸਾਂਭੋ।
ਕਹਿੰਦੇ ਜੀ ਠੀਕ ਹੈ। ਵਿਸ਼ਵਾਮਿੱਤਰ ਕਹਿੰਦਾ ਵੀ 58,000 ਵਰ੍ਹਾ ਜੋ ਮੈਂ ਤਪ ਕਰਿਆ ਹੈ, ਮੈਂ ਉਹਦੀ ਸ਼ਕਤੀ ਦੇ ਨਾਲ ਧਰਤੀ ਦਾ ਕੰਟਰੋਲ ਕਰੂੰਗਾ। ਜਦੋਂ ਕਰਨ ਲੱਗਿਆ ਧਰਤੀ ਲੱਗੀ ਖਿਲਰਨ, ਉਹ ਕਹਿਣ ਲੱਗਾ ਵੀ ਤੇਰੀ ਤਾਂ 58 ਵਰ੍ਹੇ ਦੀ ਤਪੱਸਿਆ ਕਿਸੇ ਕੰਮ ਦੀ ਨਹੀਂ ਹੈ। ਧਰਤੀ ਉਹ ਕਹਿੰਦਾ ਜੀਵਾਂ ਦਾ ਨਾਸ਼ ਕਰਨਾ, ਪਰਮਾਤਮਾ ਨੂੰ ਮੈਂ ਜ਼ਿੰਮੇਵਾਰ ਹੋਊਂਗਾ ਵੀ ਚੰਗਾ ਤੁਹਾਡਾ ਫੈਸਲਾ ਕਰਨ ਲੱਗਿਆ, ਇਹ ਜੀਵ ਮਾਰਨੇ ਥੋੜ੍ਹੀ ਨਾ। 84 ਲੱਖ ਜੂਨ ਧਰਤੀ 'ਤੇ। ਅਤੇ ਕਹਿੰਦੇ ਵਸ਼ਿਸ਼ਟ ਜੀ ਤੁਸੀਂ ਦੇਖ ਲਓ, ਕਹਿੰਦੇ ਵੀ ਮੈਨੂੰ ਵਿਹਲਾ ਕਰੋ, ਮੈਂ ਫਿਰ ਤਾਂ ਹੀ ਦੱਸੂਗਾ। ਵਸ਼ਿਸ਼ਟ ਜੀ ਕਹਿਣ ਲੱਗੇ, ਹੇ ਪਰਮੇਸ਼ਰ, ਮੈਂ ਜੋ 4 ਘੜੀ ਤੇਰੇ ਨਾਮ ਦੀ ਮਹਿਮਾ ਲੋਕਾਂ ਨੂੰ ਸੁਣਾਈ ਜਾਂ ਨਾਮ ਜਪਿਆ 4 ਘੜੀ, ਇਹ 1 ਘੰਟਾ 36 ਮਿੰਟ ਬਣਦੇ ਨੇ, 24 ਮਿੰਟ ਦੀ ਹੁੰਦੀ ਹੈ ਨਾ ਘੜੀ। ਉਹਦੇ ਮਹਾਤਮ ਦੇ ਨਾਲ ਧਰਤੀ ਜਿਹੜੀ ਆ ਅਡੋਲ ਹੋ ਜਾਏ, ਅਤੇ ਧਰਤੀ ਅਡੋਲ ਹੋ ਗਈ। ਕਹਿੰਦੇ ਹਾਂ ਜੀ ਹੁਣ ਦੱਸੋ। ਕਹਿੰਦਾ ਅਜੇ ਵੀ ਦੱਸਣ ਦੀ ਬਾਕੀ ਰਹਿ ਗਈ ਕੁਛ। ਹੇ ਵਿਸ਼ਵਾਮਿੱਤਰ, ਤੇਰੀ 58,000 ਵਰ੍ਹੇ ਦੀ ਤਪੱਸਿਆ ਨਾਲੋਂ 4 ਘੜੀ ਦੇ ਸਤਸੰਗ ਵਸ਼ਿਸ਼ਟ ਮੁਨੀ ਦੀ ਇਹ ਜ਼ਿਆਦੇ ਹੈ, ਇਹ ਸੁਣਨ ਦਾ ਮਹੱਤਮ ਹੈ। ਸੋ ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ, ਸੁਣਿਆ ਸਿੱਧ ਪੀਰ ਸੁਰਨਾਸ, ਸੁਣਿਆ ਧਰਤ ਤਬਲ ਆਕਾਸ਼, ਇਹ ਸਾਰੇ ਨਾਮ ਦੇ ਮਹਾਤਮ ਹਨ ਜੀ। ਸੁਣਿਆ ਦੀਪ ਲੋ ਪਾਤਾਲ। ਫਿਰ ਵਾਹਿਗੁਰੂ ਦਾ ਨਾਮ ਸੁਣਨ ਨਾਲ ਦੀਪ 7 ਦੀਪਾਂ ਅਤੇ ਲੋ 14 ਲੋਕਾਂ, ਪਾਤਾਲ 7 ਪਤਾਲਾਂ ਦਾ, ਇਹ ਗਿਆਨ ਸੁਣ ਤੇ ਹੀ ਹੋਊਗਾ ਨਾ। ਸੁਣਾਂਗੇ, ਸੁਣ ਕਰਕੇ ਪਤਾ ਲੱਗੂ ਕਿਹੜਾ ਕੀ ਹੈ। ਇਹਦੇ ਵਿੱਚ ਜਿਹੜੇ 7 ਦੀਪ ਨੇ, ਨੰਬਰ 1 ਜੰਬੂ ਦੀਪ, ਨੰਬਰ 2 'ਤੇ ਪਲਖ, ਨੰਬਰ 3 'ਤੇ ਸਾਲਮਲ, ਇਹਨੂੰ ਸਵੇਤ ਦੀਪ ਵੀ ਕਹਿੰਦੇ ਨੇ। ਚੌਥਾ ਹੈ ਕੁਸ਼ਦੀਪ, 5ਵੇਂ ਪੁਸ਼ਕਰ ਦੀਪ, ਅਤੇ 6ਵੇਂ ਸਾਗ, ਇਹ ਵੀ ਦੀਪ ਹੈ। 7ਵੇਂ ਕਰੌਂਚ ਦੀਪ। ਅਤੇ 7 ਦੀਪ ਜਿਹੜੇ ਹੁਣ ਦੀ ਜਿਹੜੇ ਭੂਗੋਲ ਦੇ ਅਨੁਸਾਰ, ਹੁਣ ਜਿਹੜੇ ਪੜ੍ਹੇ ਲਿਖੇ ਹੁਣ ਦੇ ਵਾਤਾਵਰਨ 'ਚ ਇਹਨਾਂ ਨੂੰ ਸਮਝੀਏ ਤਾਂ ਨੰਬਰ 1 ਅਫਰੀਕਾ, ਨੰਬਰ 2 ਯੂਰਪ, ਨੰਬਰ 3 ਏਸ਼ੀਆ ਉੱਤਰੀ ਅਮਰੀਕਾ, ਅਤੇ ਨੰਬਰ 5 ਦੱਖਣੀ ਅਮਰੀਕਾ, ਨੰਬਰ 6 ਉੱਤਰੀ ਅਤੇ ਦੱਖਣੀ ਧਰੁਵ, ਅਤੇ 7ਵਾਂ ਦੀਪ ਆਸਟ੍ਰੇਲੀਆ। ਤੋ ਇਹ ਜਿਹੜੇ ਇਹਨਾਂ ਦੇ ਨਾਲ 7 ਪਤਾਲ ਸੁਣਿਆ, ਦੀਪ ਦੀਪ ਹੋ ਗਏ ਨਾ, ਸੁਣਿਆ ਦੀਪ ਲੋ ਪਾਤਾਲ। ਪੁਰਾਣਾਂ ਦੇ ਅਨੁਸਾਰ ਪਤਾਲ ਜਿਹੜੇ 7 ਮੰਨੇ, ਅਤਲ, ਬਿਤਲ, ਸੁਤਲ, ਰਸਾਤਲ, ਪਤਾਲ, ਮਹਾਤਲ ਅਤੇ ਤਲਾਤਲ। ਨੰਬਰ 1 'ਤੇ ਅਤਲ, ਮੈਂ ਫੇਰ ਬੇਨਤੀ ਕਰਾਂ, ਨੰਬਰ 2 'ਤੇ ਬਿਤਲ, ਨੰਬਰ 3 'ਤੇ ਸੁਤਲ, ਨੰਬਰ 4 'ਤੇ ਰਸਾਤਲ, ਨੰਬਰ 5 'ਤੇ ਪਾਤਾਲ, ਨੰਬਰ 6 'ਤੇ ਮਹਾਤਲ, ਨੰਬਰ 7 'ਤੇ ਤਲਾਤਲ। ਅਤੇ ਇਸੇ ਤਰ੍ਹਾਂ 7 ਆਕਾਸ਼ ਨੇ। ਮੁਸਲਮਾਨਾਂ ਦੇ ਮਤ ਜਿਹੜੇ 14 ਤਬਕ ਮੰਨੇ ਨਾ, ਉਹ ਇਹੀ 7 ਅਤੇ 7 14 ਬਣਾਉਂਦੇ ਆ। 7 ਆਕਾਸ਼ ਕਿਹੜੇ ਨੇ? ਨੰਬਰ 1 ਭੂਰ, ਨੰਬਰ 2 ਭਵਰ, ਨੰਬਰ 3 ਜਨ, ਨੰਬਰ 4 ਮਿਹਰ, ਨੰਬਰ 5 ਤਪ, ਨੰਬਰ 6 ਸਤ, ਨੰਬਰ 7 ਸਵਰ। ਇਹ ਜਿਹੜੇ ਨੇ 14 ਲੋਕ ਇਹਨਾਂ ਨੂੰ ਕਿਹਾ ਜਾਂਦਾ ਹੈ। 7 ਆਕਾਸ਼ ਅਤੇ 7 ਪਤਾਲ, ਇਹ 14 ਲੋਕ ਜਿਹੜੇ ਵਾਹਿਗੁਰੂ ਦੇ ਨਾਮ ਨੂੰ ਸੁਣਿਆ ਸਰਵਣ ਕਰਕੇ ਹੀ ਦੀਪ 7 ਦੀਪਾਂ ਦੇ, ਲੋ 14 ਲੋਕਾਂ ਅਤੇ ਪਤਾਲ 7 ਪਤਾਲਾਂ ਦੇ ਜਿਹੜੇ ਅਭਿਮਾਨੀ ਦੇਵਤੇ ਨੇ, ਅਤੇ ਅਦਕਤਾ ਨੂੰ ਪ੍ਰਾਪਤ ਹੋਏ ਨੇ, ਉਹ ਉਹਨਾਂ ਦੀ ਮਹਾਨਤਾ ਇਹਦੇ ਨਾਲ ਹੋਈ ਹੈ। ਦੀਪ 7 ਦੀਪਾਂ ਦੇ ਲੋ 14 ਲੋਕਾਂ ਦੇ ਅਤੇ ਪਤਾਲ 7 ਪਤਾਲਾਂ ਦੇ ਜਿੰਨੇ ਜੀਵਨ, ਉਹ ਪਰਮਾਤਮਾ ਦੇ ਨਾਮ ਨੂੰ ਸੁਣਿਆ ਸਰਵਣ ਕਰਕੇ ਹੀ ਇਹ ਮਹਿਮਾ ਕਥਨ ਕਰਦੇ ਨੇ। ਗੁਣ ਗਾਵੈ ਬਲ ਰਾਓ, ਸਪਤ ਪਾਤਾਲ ਬਸੰਤੋ। ਜਿਹੜਾ ਮਨੁੱਖੀ ਮਨ ਹੈ ਨਾ, ਇਹ ਕੈਸਾ ਹੈ, ਅਸਤ ਦੇ ਵਿੱਚ ਥੋੜ੍ਹਾ ਜਿਹਾ ਬਦਲਾ ਹੈ। ਇਹ ਦੀਪ, ਦੀਪ ਕੀ ਹੈ? ਦੀਵਾ। ਦੀਵਾ ਜਿਹੜਾ ਥੋੜ੍ਹੀ ਥੋੜ੍ਹੀ ਹਵਾ ਨਾਲ ਵੀ ਹਿਲਦਾ ਰਹਿੰਦਾ ਹੈ, ਕਹਿੰਦੇ ਥੋੜ੍ਹੀ ਥੋੜ੍ਹੀ ਵਾਸ਼ਨਾ ਨਾਲ ਵੀ ਹਿਲਦਾ ਰਹਿੰਦਾ ਹੈ। ਇਸੇ ਕਰਕੇ ਅਨਾਥਪੁਰੀ ਜੀ ਨੇ ਪ੍ਰਮਾਣ ਦਿੱਤਾ ਹੈ ਕਿ ਮਨ ਜਿਹੜਾ ਚਲ ਤਲ ਪੱਤਰ ਪਤਾਕ ਪੜ ਦਾਮਨ ਕੱਛਪ ਮਾਤ, ਦੀਪ ਭੂਤ ਦੀਪ ਦੀਪ ਕੋਇਆ ਜੋ ਮਨ ਬਿਰਤ ਅਨਾਥ।
ਇਹ ਮਨੁੱਖੀ ਮਨ ਦੀਪ ਦੀ ਨਿਆਈ ਇਹ ਚੰਚਲ ਹੈ, ਪਰ ਉਸ ਪ੍ਰਭੂ ਦੇ ਨਾਮ ਨੂੰ ਸੁਣਿਆ, ਸੁਣਨ ਦੇ ਨਾਲ ਇਸਤਤ ਹੋ ਕੇ ਆਤਮਕ ਪਾਤਾਲ ਕਹੀਏ ਪਾਜਮਾ ਤਾਲ, ਤਾਲ ਰੂਪੀ ਸਰੂਪ ਨੂੰ ਪਾ ਲੈਂਦਾ ਹੈ। ਉਹ ਵਾਹਿਗੁਰੂ ਦੇ ਨਾਮ ਨੂੰ ਸੁਣਿਆ, ਸੁਣਨ ਦੇ ਨਾਲ ਦੀਪ ਨਾਮ ਹੈ ਗਿਆਨ ਦਾ ਦੀਵਾ, ਗਿਆਨ ਰੂਪੀ ਦੀਪਕ ਦਾ ਲੋਹ ਪ੍ਰਕਾਸ਼ ਉਜਾਲਾ ਜਿਹੜਾ ਹਿਰਦੇ ਵਿੱਚ ਹੋ ਜਾਂਦਾ ਹੈ। ਪਾਤਾਲ ਉਸ ਪ੍ਰਭੂ ਦੇ ਤਾਲ ਸਰੂਪ ਨੂੰ ਪਾ ਲਈਦਾ। ਇਹਦੇ ਨਾਲ ਇਹ ਵੀ ਅਰਥ ਹੈ, ਜਿਹੜੇ ਬ੍ਰਹਮ ਬੇਤਿਆਂ ਦੇ ਹਿਰਦੇ ਪਾਤਾਲ ਮੰਗ ਨਿਮਰਤਾ ਦੇ ਸਹਿਤ ਨ, ਉਹਨਾਂ ਦੇ ਅੰਦਰ ਵਾਹਿਗੁਰੂ ਦੇ ਨਾਮ ਨੂੰ ਸੁਣਿਆ, ਸਰਵਣ ਕਰਕੇ ਦੀਪ ਜੋ ਸਭ ਦਾ ਪ੍ਰਕਾਸ਼ ਰੂਪ ਹੈ, ਉਹਦੇ ਲੋਹ ਪ੍ਰਕਾਸ਼ ਦਾ ਉਜਾਲਾ ਹੋ ਜਾਂਦਾ ਹੈ। ਹਿਰਦੇ ਰੂਪੀ ਜਾਂ ਦਸਮਦੁਆਰ ਰੂਪ ਪਾਜਮਾ ਤਾਲ, ਤਾਲ ਦੇ ਵਿੱਚ ਗਿਆਨ ਰੂਪੀ ਦੀਪ ਦੀਵੇ ਦੀ ਲੋਹ ਪ੍ਰਕਾਸ਼ ਪ੍ਰਾਪਤ ਹੋ ਜਾਂਦੀ ਹੈ, ਜਾਂ ਸਤਸੰਗ ਰੂਪੀ ਤਾਲ ਦੇ ਵਿੱਚੋਂ ਵਿਵੇਕ ਰੂਪੀ ਦੀਵੇ ਦੀ ਲੋਹ ਪ੍ਰਕਾਸ਼ ਪ੍ਰਾਪਤ ਹੋ ਜਾਂਦੀ ਹੈ। ਵਾਹਿਗੁਰੂ ਦੇ ਨਾਮ ਨੂੰ ਸੁਣਿਆ, ਸੁਣ ਕਰਕੇ ਦੀਪ ਦੀਪਾਂ, ਲੋਹ ਲੋਕਾਂ, ਪਾਤਾਲ ਪਤਾਲ ਦਾ ਗਿਆਨ ਪ੍ਰਾਪਤ ਹੁੰਦਾ ਹੈ। ਇਹਨਾਂ ਸਾਰਿਆਂ ਵਿੱਚ ਮਨੁੱਖ ਦੀ ਗਮਤਾ ਹੋ ਜਾਂਦੀ ਹੈ, ਕਿੱਥੇ ਕੀ ਹੋ ਰਿਹਾ ਹੈ। ਉਹਦੇ ਵਿੱਚ ਪੰਡਤ ਨਿਤਾਨੰਦ ਦੀ ਗੱਲ ਆਉਂਦੀ ਹੈ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ 4 ਲੜਾਈਆਂ ਲੜੀਆਂ। ਪਹਿਲੀ ਅੰਮ੍ਰਿਤਸਰ ਸਾਹਿਬ ਦੀ ਸਰਕਾਰ ਨਾਲ 4 ਲੜਾਈਆਂ, ਬਹੁਤ ਵੱਡੀ ਬਹਾਦਰੀਆਂ ਲੜੀਆਂ। ਬੀਬੀ ਵੀਰੋ ਦਾ ਵਿਆਹ ਰੱਖਿਆ ਸੀ, ਮੁਲਕ ਸਾਂ ਪਠਾਨ ਚੜ੍ਹ ਕੇ ਆਇਆ, 7000 ਫੌਜ ਲਿਆਇਆ, ਸਾਰੀ ਜਹੰਦਮ ਨੂੰ ਪਜਾ ਦਿੱਤੀ। ਦੂਜਾ ਜੰਗ ਉਹ ਫਿਰ ਮਹਾਰਾਜ ਸਾਹਿਬ ਜੀ ਦਾ ਹਰਗੋਬਿੰਦਪੁਰੇ ਦਾ ਹੋਇਆ। ਤੀਸਰਾ ਮਹਾਰਾਜ ਦਾ ਜੰਗ ਹੋਇਆ, ਚੌਥਾ ਕਰਤਾਰਪੁਰ ਦਾ। ਜਦੋਂ ਦੂਸਰੇ ਜੰਗ ਤੇ ਮਹਾਰਾਜ ਗਏ, ਮੁਗਲ ਸਾਰੇ ਖਪਾ ਦਿੱਤੇ, ਫੌਜ ਸਭ ਆਪਣਿਆਂ ਦੁਬਿਆਨਿਆਂ ਸਾਰਿਆਂ ਦਾ ਸੰਸਕਾਰ, ਅੰਤਮ ਸੰਸਕਾਰ ਕਰਕੇ ਮਹਾਰਾਜ ਜਿਹੜੇ ਬੜੇ ਬੜੇ ਉਹਨਾਂ ਦੇ ਮੁਸਲਮਾਨਾਂ ਦੇ ਸੈਨਾਪਤੀ ਸੀ, ਵੱਡਾ ਟੋਆ ਪੁੱਟ ਕੇ, ਕਿਉਂਕਿ ਉਹਨਾਂ ਦੇ ਮੱਤ 'ਚ ਦਫਨਾਇਆ ਜਾਂਦਾ ਸੀ। ਅਤੇ ਜਿਹੜੇ ਹਿੰਦੂ ਮਤ ਵਾਲੇ ਮਰੇ ਸਿਪਾਹੀ, ਮੁਸਲਮਾਨਾਂ ਦੇ ਮਰੇ, ਸਭ ਦਾ ਭਲਾ ਲੋਚਿਆ ਮਹਾਰਾਜ। ਸਿੱਖ ਸ਼ਹੀਦ ਹੋਏ, ਮਹਾਰਾਜ ਕਹਿੰਦੇ ਭਾਈ ਐਂ ਕਰੋ, ਇਹਨਾਂ ਦੀ ਕਲਿਆਣ ਕਰਨ ਵਾਸਤੇ ਉੱਥੇ ਦਮਦਮਾ ਰਚ ਕੇ ਮਹਾਰਾਜ ਨੇ ਥੜਾ ਬਣਾਇਆ ਹਰਗੋਬਿੰਦਪੁਰੇ। ਉੱਥੇ ਫਿਰ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਭਾਈ ਜਿਹੜੇ ਤਾਂ ਹਿੰਦੂ ਮਰੇ ਨੇ, ਇਹਨਾਂ ਦੇ ਕਲਿਆਣ ਵਾਸਤੇ ਇਹਨਾਂ ਦੇ ਨਾ ਗਰੜ ਪ੍ਰਾਣ ਦੀ ਕਥਾ ਕਰਾਉਂਦੇ ਆ। ਕਹਿੰਦੇ ਪੰਡਤ ਨੂੰ ਬੁਲਾਓ, ਗਰੜ ਪ੍ਰਾਣ ਦੀ ਕਥਾ ਕਰਾ ਦਿਓ ਇਹਨਾਂ ਦੇ ਨਿਮਿਤ। ਜਿਹੜੇ ਮੁਸਲਮਾਨ ਉਹ ਨਾਮ 'ਤੇ ਵਿਸ਼ਵਾਸ ਰੱਖਦੇ ਹੈ, ਅਤੇ ਇਸ ਕਰਕੇ ਭਾਈ ਉਹਨਾਂ ਦਾ ਸਾਂਝਾ ਹੀ ਕਲਿਆਣ, ਕਹਿੰਦੇ ਜਪਜੀ ਦਾ ਇੱਕੋ ਹੀ ਪਾਠ ਕਰਕੇ ਕਰ ਦਾਂਗੇ। ਅਤੇ ਜਪਜੀ ਸਾਹਿਬ ਦਾ ਮਹਾਤਮ ਭਾਈ ਗੋਪਾਲੇ ਦਾ ਉੱਥੇ ਹੀ ਦੱਸਿਆ। ਨਿਤਾਨੰਦ ਪੰਡਤ ਬਟਾਲੇ ਦਾ ਸੀ ਇਹ, ਅਤੇ ਗਰੜ ਪ੍ਰਾਣ ਦੀ ਕਥਾ ਆ ਕੇ ਉਹਨੇ ਸ਼ੁਰੂ ਕਰ ਲਈ, ਅਤੇ ਮਹਾਰਾਜ ਸਾਹਿਬ ਜੀ ਵੀ ਸੁਣਨ ਅਤੇ ਸਿੱਖ ਸੁਣਨ। ਹੁਣ ਬੜੀ ਬੜੀ ਉੱਚੀ ਅਵਸਥਾ ਵਾਲੇ ਸਿੱਖ ਗੁਰੂ ਦੇ ਪੰਡਤ ਇੱਕ ਦਿਨ ਕਥਾ ਸੁਣਾ ਕੇ ਹਟਿਆ ਵੀ ਮਾਤ ਲੋਕ ਤੋਂ ਧਰਮਰਾਜ ਦੀ ਪੁਰੀ ਹੈ 86,000 ਯੋਜਨ ਹੈ। ਗਰੜ ਪੁਰਾਣ ਦੇ ਵਿੱਚ ਇਹ ਲਿਖੀ ਹੈ ਗੱਲ, ਸਹਿ 86 ਯੋਜਨ ਭੂਰੀ, ਮਿਰਤ ਲੋਕ ਤੇ ਜਮ ਪਰ ਦੂਰੀ, 8 ਠੌਰ ਮਗ ਮੈਂ ਭਾਰੀ, ਘੋਰ ਕਸ਼ਟ ਪਾਵੈ ਨਰ ਨਾਰੀ। ਬੜਾ ਕਸ਼ਟ ਹੈ ਵੀ ਇਸ ਨੂੰ 1 ਸਾਲ ਲੱਗਦਾ ਹੈ। ਪ੍ਰਾਣ ਤਿਆਗਣ ਤੋਂ ਬਾਅਦ ਜੀਵ ਨੂੰ 1 ਸਾਲ ਦੇ ਵਿੱਚ ਚਾਹੇ ਪੁੰਨੀ ਹੈ, ਉਹਨੂੰ ਪਾਲਕੀ 'ਚ ਬਿਠਾ ਕੇ ਲੈ ਜਾਂਦੇ, ਜਿਹੜਾ ਪਾਪੀ ਆ ਉਹਦੇ ਗਲੇ 'ਚ ਸੰਗਲ ਪਾ ਕੇ ਲੈ ਕੇ ਜਾਂਦੇ, ਪਰ 1 ਸਾਲ ਧੂਗੜੀ ਸੌਂਦੇ ਮਸਾਂ ਉੱਤੇ ਕਚਹਿਰੀ ਤੱਕ ਪਹੁੰਚਦੇ। ਕਚਹਿਰੀ ਦੂਰ ਹੈ। ਇਹ ਕਥਾ ਕਰਕੇ ਹਟਿਆ ਪੰਡਤ। ਇਸੇ ਕਰਕੇ 11ਵੇਂ ਮਹੀਨੇ ਜਿਹੜਾ ਕਹਿੰਦੇ ਮਰੇ ਦਾ ਭੋਗ ਪਾਓ, ਬਾਅਦ ਦੇ ਵਿੱਚ ਤਾਂ ਬਰਸੀ ਮਨਾਉਂਦੇ। ਉਹਦਾ ਮਤਲਬ ਇਹੀ ਹੈ ਵੀ ਜਦੋਂ ਜੱਜ ਨੇ ਫੈਸਲਾ ਹੀ ਕਰ ਦਿੱਤਾ, ਫਿਰ ਤਾਂ ਵਕੀਲ ਕਰੋ ਚਾਹੇ ਨਾ ਕਰੋ, ਫਿਰ ਕਾਹਦਾ ਕਰਨਾ ਵਕੀਲ। ਤਾਂ 11ਵੇਂ ਮਹੀਨੇ ਦੀ ਪ੍ਰਥਾ ਹੈ। ਜੇ ਕੋਈ ਪੁੱਛੇ ਵੀ ਇਹ ਕੀ ਗੱਲ ਹੈ, ਸਿੱਖ ਧਰਮ ਦੇ ਵਿੱਚ ਇਹਨਾਂ ਗੱਲਾਂ ਦਾ ਕੋਈ ਬਹੁਤਾ ਪਰਮ ਵਿਖਿਆਨ ਨਹੀਂ ਕੀਤਾ ਜਾਂਦਾ। ਬਾਣੀ ਦੁਆਰਾ ਕਰਾਉਂਦੇ, ਗੁਰਸਿੱਖਾਂ ਦੀ ਤਾਂ ਜਿਉਂਦਿਆਂ ਦੀ ਕਰ ਦਿੱਤੀ ਮਹਾਰਾਜ ਨੇ। ਅਤੇ ਉਸ ਵੇਲੇ ਫਿਰ ਉਹ ਪੋਥੀ ਸੰਤੋਖ ਦਾ ਕਥਾ ਸਮਾਪਤ ਹੋ ਗਈ, ਅਤੇ ਇੱਕ ਸਿੱਖ ਬੋਲਿਆ, ਭਾਈ ਸੁੰਦਰ ਦਾ ਨਾਂ ਲਿਖਿਆ। ਉਹ ਨਾਲਦਿਆਂ ਨੂੰ ਕਿਸੇ ਨੇ ਗੱਲ ਕਹਿੰਦੇ ਜੀ, ਪੰਡਤ ਕਹਿੰਦਾ ਸਾਲ ਲੱਗਦਾ ਉੱਥੇ ਜਾਣ ਨੂੰ, ਬੜਾ ਟਾਈਮ ਲੱਗਦਾ। ਭਾਈ ਸੁੰਦਰ ਜੀ ਕਹਿੰਦੇ ਪੰਡਤ ਜੋ ਮਰਜ਼ੀ ਕਹੇ, ਕਹਿੰਦੇ ਜੇ ਮੈਨੂੰ ਗੁਰੂ ਸਾਹਿਬ ਆਗਿਆ ਕਰਨ, ਕਹਿੰਦੇ ਮੈਂ ਤਾਂ 4 ਪਹਿਰ ਦੇ ਵਿੱਚ ਹੀ ਜਾ ਸਕਦਾ, ਧਰਮਰਾਜ ਦੇ ਜਾ ਕੇ ਵਾਪਸ ਆ ਜਾਊਂਗਾ, ਕਹਿੰਦੇ 4 ਪਹਿਰ ਦੇ। ਭਾਈ ਸੁੰਦਰ ਜੀ ਦੀ
ਗੱਲ ਸੁਣ ਕੇ ਭਾਈ ਲਾਲਾ ਜੀ ਬੋਲੇ। ਲਾਲਾ ਜੀ ਕਹਿਣ ਲੱਗੇ, ਕਹਿੰਦੇ ਕਿੱਡੀ ਕੁ ਵੱਡੀ ਗੱਲ ਹੈ ਵੀ ਜਿਹੜਾ ਤੂੰ 4 ਪਹਿਰ 'ਚ ਆ ਗਏਗਾ, ਮੈਨੂੰ ਗੁਰੂ ਤੇ ਆਗਿਆ ਦਵਾ ਦੇ, ਮੈਂ 2 ਪਹਿਰ 'ਚ ਆ ਜਾਣਾ, ਤੇਰੇ ਨਾਲ ਅੱਧਾ ਟਾਈਮ ਲਾਊਂ ਮੈਂ। ਉਹਨੇ ਈਰਖਾ ਨਹੀਂ ਕੀਤੀ, ਕਹਿੰਦਾ ਠੀਕ ਹੈ ਗੁਰਸਿੱਖਾ, ਵੀ ਤੇਰੀ ਅਵਸਥਾ ਫਿਰ ਤੇਰੇ ਨਾਲ ਪਏ, ਮੈਂ ਤਾਂ ਆਪਣੀ ਗੱਲ ਦੱਸੀ। ਤੀਸਰਾ ਮਹੀਆ ਸੀ। ਮਹੀਆ ਕਹਿੰਦਾ ਕਿੱਡੀ ਕੁ ਵੱਡੀ ਗੱਲ ਹੈ 2 ਪਹਿਰ ਦੀ, ਐਵੇਂ ਨਾ ਮਾਣ ਕਰੀ। ਕਹਿੰਦਾ ਮੈਂ 1 ਪਹਿਰ 'ਚ ਜਾ ਕੇ ਮੁੜੇ ਆਉਣਾ, ਤੇਰੇ ਨਾਲ ਅੱਧਾ ਟਾਈਮ ਲਾਊਂ। ਪੰਡਤ ਨੂੰ ਗੁੱਸਾ ਚੜ੍ਹ ਗਿਆ, ਕਹਿੰਦਾ ਕਹੇ ਜੇ ਸਰੋਤਿਆਂ ਨੂੰ ਕਥਾ ਸੁਣਾ ਰਿਹਾ ਮੈਂ ਐਡੇ। ਕਹਿੰਦਾ ਦੱਸੋ ਹੁਣ, ਕਹਿੰਦਾ ਕਹੀ ਜੀ ਮਜ਼ਾਕ ਬਣਾਤੀ ਕਥਾ ਦਾ। ਇੰਨੇ ਨੂੰ ਫਿਰ ਇੱਕ ਸਭ ਤੋਂ ਵੱਡੀ ਅਵਸਥਾ ਭਾਈ ਨਿਹਾਲਾ ਜੀ ਹੋਏ ਮਹਾਰਾਜ ਦੇ। ਉਹ ਨਿਹਾਲਾ ਕਹਿੰਦਾ ਬਸ ਕਰੋ ਗੁਰਸਿੱਖੋ, 4 ਪਹਿਰ 2 ਪਹਿਰ 1 ਪਹਿਰ ਮੈਨੂੰ ਦੁਆ ਗੁਰੂ ਤੋਂ ਆ ਗਿਆ। ਕਹਿੰਦੇ ਤੁਹਾਡੇ ਅੱਖ ਦੇ ਝਮਕਣ ਜਿਹਨੇ ਸਮੇਂ 'ਚ ਹੱਥ ਲਾ ਕੇ ਵਾਪਸ ਆ ਜਾਊਂ ਧਰਮਰਾਜ ਦੇ। ਕਿੱਡੀ ਕੁ ਵੱਡੀ ਗੱਲ ਹੈ ਇਹ। ਉਹ ਪੰਡਤ ਕਹਿੰਦਾ ਬਸ ਬਸ ਬਸ, ਕਹਿੰਦਾ ਬਹੁਤ ਹੋ ਗਿਆ, ਸੁਣਾ ਦਿਓ ਇਹ ਜਿਹਾ ਨੂੰ ਕਥਾ ਹੋ ਗਈ। ਬੁੜ ਕਰਦਾ ਮਹਾਰਾਜ ਦੇ ਕੋਲ ਚਲਿਆ ਗਿਆ। ਕਹਿੰਦਾ ਮਹਾਰਾਜ ਮੈਂ ਨਹੀਂ ਕੱਲ੍ਹ ਤੋਂ ਕਥਾ ਕਰਨ ਆਉਣਾ। ਮਹਾਰਾਜ ਕਹਿੰਦੇ ਪੰਡਤ ਜੀ ਕੀ ਹੋ ਗਿਆ, ਕਿਸੇ ਸਿੱਖ ਨੇ ਕਹਿ ਦਿੱਤਾ ਕੁਛ? ਕਹਿੰਦਾ ਨਹੀਂ ਜੀ, ਇਹੋ ਜਿਹੇ ਝੂਠਿਆਂ ਨੂੰ ਕਾਹਦੀ ਕਥਾ ਸੁਣਾਉਣੀ ਆ ਤੁਸੀਂ। ਕਹਿੰਦੇ ਹੋ ਕੀ ਗਿਆ? ਕਹਿੰਦਾ ਜੀ ਬਸ ਹੋ ਗਿਆ ਵੀ ਮੈਂ ਤਾਂ ਚੱਲਿਆ ਬਟਾਲੇ ਨੂੰ, ਮੈਨੂੰ ਇੱਕ ਗੱਲ ਦੱਸ ਦਿਓ ਵੀ ਮੇਰਾ ਪ੍ਰਾਣ ਝੂਠਾ ਹੈ ਕਿ ਜਾਂ ਤੁਹਾਡੇ ਸਿੱਖ ਝੂਠੇ ਨੇ। ਮਹਾਰਾਜ ਕਹਿੰਦੇ ਸ਼ਾਂਤੀ ਕਰ, ਬਹਿ ਜਾ। ਇਹਦਾ ਉੱਤਰ ਜਿੰਨਾ ਕੁ ਤੈਂ ਸਵਾਲ ਕੀਤਾ, ਇਹਦਾ ਉੱਤਰ ਇਹ ਆ ਵੀ ਤੇਰਾ ਪ੍ਰਾਣ ਵੀ ਸੱਚਾ, ਮੇਰੇ ਸਿੱਖ ਵੀ ਸੱਚੇ ਨੇ। ਕਹਿੰਦੇ ਜੀ 2 ਗੱਲਾਂ ਸੱਚੀਆਂ ਹੋ ਹੀ ਨਹੀਂ ਸਕਦੀਆਂ। ਮਹਾਰਾਜ ਕਹਿੰਦੇ ਹੈਗੀਆਂ। ਗੱਲ ਕੀ ਸੀ? ਕਹਿੰਦੇ ਜੀ ਸਾਲ ਦੇ ਰਸਤੇ ਦਾ ਝਗੜਾ ਸੀ, ਇੱਕ 4 ਪਹਿਰ, ਦੂਜਾ 2, ਇੱਕ ਕਹਿੰਦਾ ਪਲਕ। ਕਹਿੰਦੇ ਜੀ ਐਡੀਆਂ ਵੱਡੀਆਂ ਦੇਖੋ ਜਿਹੜੇ ਇਹੋ ਜਿਹੇ ਬੰਦੇ ਨੇ ਇੰਨਾ ਝੂਠ ਬੋਲਣੇ, ਉਹਨਾਂ ਨੂੰ ਕਥਾ ਸੁਣਾਉਣ ਦਾ ਕੀ? ਮਹਾਰਾਜ ਕਹਿੰਦੇ ਮੇਰੇ ਸਿੱਖਾਂ ਨੂੰ ਝੂਠ ਨਾ ਕਹੀਂ, ਇਹ ਸੱਚੇ। ਇਹ ਹੈ ਅਵਸਥਾ ਮੇਰੇ ਸਿੱਖਾਂ ਦੀ। ਇਹ ਤਾਂ ਖਬਰ ਹੈ ਕਿਵੇਂ ਇਹਨਾਂ ਨੇ ਜ਼ਾਹਰ ਕਰਤੀ, ਤੇ ਜ਼ਾਹਰ ਹੀ ਨਹੀਂ ਕਰਦੇ। ਮੈਂ ਜਾਣਦਾ ਭਾਈ ਸੁੰਦਰ ਨੂੰ, ਤੇ ਮੈਂ ਜਾਣਦਾ ਭਾਈ ਲਾਲੇ ਨੂੰ, ਭਾਈ ਮਹੀਆ ਨੂੰ, ਭਾਈ ਨਿਹਾਲੇ ਨੂੰ, ਮੈਂ ਜਾਣਦਾ ਇਹਨਾਂ ਦੀ ਅਵਸਥਾ। ਭਾਈ ਗੁਰਦਾਸ, ਹਾਂ ਮਹਾਰਾਜ। ਕਹਿੰਦੇ ਪੰਡਤ ਨੂੰ ਸਮਝਾ ਦੇ। ਇਹ ਕਹਿ ਕੇ ਮਹਾਰਾਜ ਤੇ ਗਏ, ਪੰਡਤ ਨੂੰ ਬਹਾ ਲਿਆ। ਕਹਿੰਦੇ ਪੰਡਤ ਜੀ ਹੁਣ ਵਿਦਵਾਨ ਸੀ ਭਾਈ ਸਾਹਿਬ, ਕਹਿੰਦੇ ਐਂ ਦੱਸ ਵੀ ਤੇਰੇ ਜਿਹੜਾ ਪ੍ਰਾਣ ਹੈ ਤੇ ਇਹਦੇ ਵਿੱਚ ਕਿਹਦੀ ਵਾਰਤਾ ਲਿਖੀ ਹੈ? ਸਾਲ ਲੱਗਦਾ ਜਿਹੜਾ। ਕਹਿੰਦੇ ਜੀ ਪੁੰਨੀਆਂ ਤੇ ਪਾਪੀਆਂ ਦੀ। ਕਹਿੰਦੇ ਫਿਰ ਗੱਲ ਨਿਬੜ ਗਈ। ਪੁੰਨੀ ਪਾਪੀਆਂ ਨੂੰ ਸਾਲ ਹੀ ਲੱਗਦਾ, ਤੇਰਾ ਪ੍ਰਾਣ ਸੱਚਾ। ਕਹਿੰਦੇ ਸਿੱਖ ਜਿਹੜੇ ਨੇ ਪਾਪ ਇਸ ਕਰਕੇ ਨਹੀਂ ਕਰਦੇ, ਸੂਝਵਾਨ, ਇਹ ਪਾਪ ਹੀ ਨਹੀਂ ਕਰਦੇ, ਤੇ ਪੁੰਨ ਕਰਕੇ ਉਹਦਾ ਫਲ ਨਹੀਂ ਮੰਗਦੇ, ਨਿਸ਼ਕਾਮੀ ਨਾ। ਦੂਰ ਰਹੀ ਉਹ ਜਨਤੇ ਬਾਟ, ਚਿੱਤਰਗੁਪਤ ਜੋ ਲਿਖਤੇ ਪੇਖਾ, ਭਗਤ ਜਨਾਂ ਕੋ ਦ੍ਰਿਸ਼ ਨਾ ਪੇਖਾ। ਮੇਰੇ ਸਿੱਖਾਂ ਨੇ ਤਾਂ, ਗੁਰੂ ਨਾਨਕ ਦੇ ਸਿੱਖ ਤਾਂ ਉਹ ਰਸਤਾ ਵੀ ਨਹੀਂ ਦੇ, ਇਹਨਾਂ ਦਾ ਤਾਂ ਰਸਤਾ ਹੀ ਲੱਗਾ। ਇਸ ਕਰਕੇ ਤੇਰਾ ਪ੍ਰਾਣ ਵੀ ਸੱਚਾ ਹੈ ਤੇ ਸਿੱਖ ਵੀ ਸੱਚੇ। ਇਹ ਅਵਸਥਾ ਹੈ। ਇਹਨਾਂ 4ਾਂ ਦੀ ਅਵਸਥਾ ਵੀ ਵੱਖਰੀ ਵੱਖਰੀ ਹੈ। ਨਿਹਾਲੇ ਦੀ ਸਭ ਤੋਂ ਵੱਡੀ ਅਵਸਥਾ ਹੈ। ਇਹ ਗੁਰੂ ਦਾ ਬਹੁਤ ਪਿਆਰਾ ਸਿੱਖ ਹੈ, ਬ੍ਰਹਮ ਗਿਆਨੀ ਹੈ। ਸੁਣਿਆ ਧਰਤ ਧਵਲ ਆਕਾਸ਼, ਇਹ ਨਾ ਸਾਰੀ ਸੋਝੀ ਹੋ ਚੁੱਕੀ ਹੈ। ਇਹ ਪਤਾਲਾਂ ਦਾ, ਦੀਪਾਂ ਦਾ ਸੁਣਿਆ, ਦੀਪ ਲੋ ਪਾਤਾਲ, ਸਭ ਗਿਆਨ ਹੈ ਇਹਨੂੰ ਪੂਰੇ ਬ੍ਰਹਮੰਡ ਦਾ। ਕਹਿੰਦਾ ਭਾਈ ਸਾਹਿਬ ਜੀ ਤੁਹਾਡੀ ਗੱਲ ਤਾਂ ਮੇਰੇ ਸਮਝ ਆ ਗਈ, ਪਰ ਮੈਨੂੰ ਨਿਸ਼ਚਾ ਨਹੀਂ ਆ ਰਿਹਾ ਇਸ ਗੱਲ ਤੇ। ਨਿਸ਼ਚਾ ਕਿਵੇਂ ਆਵੇ? ਭਾਈ ਸਾਹਿਬ ਕਹਿੰਦੇ ਨਿਸ਼ਚਾ ਆਊਗਾ 6 ਮਹੀਨੇ ਹੁਣ ਤੂੰ ਗਿਆਨ ਘੋਟਣਾ ਕਰ ਬੰਦ, ਪੋਥੀ ਰੱਖਿਆ ਬਟਾਲੇ, ਝੂਠੇ ਭਾਂਡੇ ਮਾਂਜਿਆ ਕਰ, ਸੇਵਾ ਕਰ, ਰਾਤ ਨੇ ਸਿਮਰਨ ਕਰ, ਤੇ ਗੁਰੂ ਦੀ ਬਾਣੀ, ਗੁਰੂ ਦੀ ਰਸਨਾ ਤੋਂ ਸੁਣ, ਤੇ ਨਾਮ ਦੀ ਕਮਾਈ ਕਰ। ਇਹ ਤਰੀਕੇ ਦੇ ਨਾਲ ਭਾਈ ਸਾਹਿਬ ਨੇ ਉਹਨੂੰ ਦੱਸ ਦਿੱਤਾ। 6 ਮਹੀਨੇ ਤੋਂ ਬਾਅਦ ਪੰਡਤ ਨਿਤਾ ਨਾਂ ਦੀ ਇਹੋ ਜਿਹੀ ਅਵਸਥਾ ਬਣੀ। ਤੇ ਇੱਕ ਦਿਨ ਫਿਰ ਪੁੱਛਦਾ, ਗੁਰੂ ਨੇ ਕਿਰਪਾ ਵੀ ਕਰਤੀ ਨਾ, ਵੀ ਭਾਈ ਸਾਹਿਬ ਨੇ ਬਚਨ ਕੀਤਾ, ਅਵਸਥਾ ਦਿੱਤੀ, ਗੁਰ ਕਿਰਪਾ ਜੈ ਨਰਕ ਹੋ ਗਈ ਨਹੀਂ, ਤੇ ਇਹ ਜੁਗਤ ਵੀ। ਤੇ ਇੱਕ ਦਿਨ ਫਿਰ ਭਾਈ ਸਾਹਿਬ ਨੂੰ ਕਹਿੰਦਾ ਜੀ ਮੈਂ ਤੁਹਾਡਾ ਧੰਨਵਾਦ ਕਰਦਾ। ਮਹਾਰਾਜ ਭਾਈ ਸਾਹਿਬ ਕਹਿੰਦੇ ਵੀ ਕੀ ਗੱਲ ਭਾਈ ਗੁਰਦਾਸ? ਕਹਿੰਦੇ ਜੀ ਤੁਹਾਡੇ ਸਿੱਖ ਸੱਚੇ। ਕਹਿੰਦੇ ਕਿਸ ਤਰ੍ਹਾਂ ਨਿਸ਼ਚਾ ਹੋ ਗਿਆ? ਕਹਿੰਦਾ ਨਿਸ਼ਚਾ ਕੀ ਵੀ ਹੁਣ ਤਾਂ ਮੈਂ ਵੀ ਭਾਈ ਨਿਹਾਲੇ ਦੀ ਤਰ੍ਹਾਂ ਇੱਕ ਪਲ ਵਿੱਚ ਮੈਂ ਵੀ ਜਾ ਕੇ ਮੁੜ ਕੇ ਆ ਸਕਦਾ। ਇਹ ਸਾਰਾ ਮਹਾਤਮ ਕਰਦਾ ਹੈ। ਤੇ ਹੁਣ ਮਹਾਰਾਜ ਕਹਿੰਦੇ ਵੀ ਗੁਰਸਿੱਖਾਂ ਦਾ, ਭਾਈ ਸਾਹਿਬ ਕਹਿੰਦੇ ਮੈਂ ਤੈਨੂੰ ਤਾਂ ਹੀ ਕਹਿੰਦਾ ਸੀ ਗੁਰਸਿੱਖਾਂ ਦੀ ਅਵਸਥਾ ਨਾਮ ਜਪਣਾ, ਬਈ ਨਾਨਕ ਧਰਮ ਐਸੇ ਚਵੈ ਕਿ ਇਹਨਾਂ ਨੂੰ ਨਾਮ ਤੇ ਆਇਨ ਸਾਜਨਾ, ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੈ ਕੀ ਤੋ ਭਵਨ ਪਨੀਤ। ਭਵਨ ਪਵਿੱਤਰ ਕਰ ਦਿੱਤਾ ਮੇਰਾ। ਧਰਮਰਾਜ ਤਾਂ ਇਉਂ ਕਹਿੰਦਾ। ਤੋ ਇਸ ਕਰਕੇ ਇਹ ਸਾਰਾ ਭਾਈ ਸਾਹਿਬ ਨੇ ਉਹਨੂੰ ਦੱਸਿਆ ਸੀ। ਸ੍ਰੀ ਨਾਨਕ ਕੀ ਸਿੱਖੀ ਮਹਾਂ, ਇੱਥੇ ਤਾਂ ਜਮ ਕਾਲ ਮਿਲੇ ਦੇ ਭੇੜ ਸੇਵਕ ਨੇ ਤੋ ਸੇਵਕ ਬਣ ਜਾਂਦਾ। ਸ੍ਰੀ ਨਾਨਕ ਕੀ ਸਿੱਖੀ ਮਹਾਂ, ਮਹਾ ਮਹਾਤਮ ਹੈ ਜੈ ਕਹਾਂ।
ਜੇਤਕ ਬਲ ਜਿਸ ਮੈਂ ਹੋਏ ਆਵੈ, ਤੇਤਕ ਕਹੈ ਨ ਕੂਰ ਅਲਾਵੈ। ਝੂਠ ਨਹੀਂ ਬੋਲਦੇ ਸੀ। ਇਸ ਕਰਕੇ ਇਹ ਸਾਰਾ ਗਿਆਨ ਉਹਨਾਂ ਨੂੰ ਹੋ ਜਾਂਦਾ ਹੈ। ਸੁਣਿਆ ਸਿੱਧ ਪੀਰ ਸਰਨਾਥ, ਸੁਣਿਆ ਧਰਤਵ ਲਕਾਸ, ਸੁਣਿਆ ਦੀਪ ਲੋ ਪਾਤਾਲ। ਇੱਥੇ ਤੱਕ ਇਹ ਅਰਥ ਹੋਏ ਨੇ। ਆਓ ਅੱਗੇ ਥੋੜ੍ਹੇ ਜਿਹੇ ਸੰਖੇਪ ਕਰ ਲਈਏ। ਹਾਂਜੀ। ਸੁਣਿਆ ਪੁਹਿ ਨਾ ਸਕੈ ਕਾਲ। ਹੇ ਸਿੱਧੋ, ਉਸ ਵਾਹਿਗੁਰੂ ਦੇ ਨਾਮ ਨੂੰ ਜਿਨ੍ਹਾਂ ਨੇ ਸੁਣਿਆ, ਉਹਨਾਂ ਨੂੰ ਕਾਲ, ਜਮ ਕਾਲ ਜਿਹੜਾ ਮਨੁੱਖ ਨੂੰ ਪੋਹ ਕੇ ਸਪਰਸ਼ ਵੀ ਨਹੀਂ ਆ ਨਹੀਂ ਸਕਦਾ ਨੇੜੇ। ਹਰ ਹਰ ਨਾਮ ਜਪੰਦਿਆਂ ਕਸ ਨਾ ਕਹੈ ਜਮ ਕਾਲ। ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੈ ਗੋਪਾਲ। ਇਹ ਨਾਮ ਦਾ ਮਹਾਤਮ ਹੈ। ਨਾਏ ਲਿਆ ਸੁਚ ਸੰਜਮੋ ਜਮ ਨੇੜ ਨ ਆਵੈ। ਨਾਏ ਸੁਣਿਆ ਕਟ ਚਾਨਣਾ ਅਨੇਰ ਗਵਾਵੈ। ਇਸ ਕਰਕੇ ਕਹਿੰਦੇ ਸਿੱਧੋ, ਉਸ ਨਾਮ ਦੇ ਸੁਣਿਆ ਸੁਣਨ ਦੇ ਨਾਲ ਕਾਲ ਦੁਰਭਿਖ ਹੋਵੇ, ਖੋਟਾ ਸਮਾਂ ਜਿਹੜਾ ਹੈ, ਦੁਕਾਲ ਜਿਵੇਂ ਅੱਜ ਕੱਲ੍ਹ ਪਿਆ ਹੋਇਆ, ਇਹ ਕਹਿੰਦੇ ਸਪਰਸ਼ ਵੀ ਕਰ ਸਕਦਾ। ਨਾਮ ਐਸਾ ਹੈ, ਜਦੋਂ ਚੱਕੀ ਚੱਲਦੀ ਹੈ ਨਾ, ਦਾਣੇ ਸਾਰੇ ਐ ਦੜੇ ਜਾਂਦੇ ਨੇ, ਸਾਬਤ ਨਹੀਂ ਰਹਿੰਦਾ। ਪਰ ਜਿਹੜੇ ਕੀਲੀ ਦੇ ਆਸਰੇ ਹੋ ਜਾਣ, ਵਿਗੜਦਾ ਵੀ ਕੁਝ ਨਹੀਂ। ਪਰਮਾਤਮਾ ਕੀਲੀ ਦੀ ਨਿਆਈ ਹੈ। ਅੱਜ ਪੂਰੇ ਸੰਸਾਰ ਦੇ ਵਿੱਚ ਦੁੱਖ ਦੀਆਂ ਘੜੀਆਂ ਚੱਲਦੀਆਂ ਨੇ। ਕਰੋਨਾ ਨਾਮ ਦੇ ਇਹ ਵਾਇਰਸ ਨੇ ਸਾਰੀ ਦੁਨੀਆ ਹਿਲਾ ਕੇ ਰੱਖ ਦਿੱਤੀ ਹੈ। ਪਰ ਜਿਹੜੇ ਨਾਮ ਦੇ ਆਸਰੇ ਹੋਣਗੇ, ਬਾਲ ਨਾ ਵਿੰਗਾ ਹੋਏ ਵਾਲੀ ਅਵਸਥਾ ਹੋਏਗੀ। ਵਿੱਚ ਕਰਤਾ ਪੁਰਖ ਲੋ ਆ ਬਾਲ ਨਾ ਵਿੰਗਾ। ਸੋ ਇਸ ਕਰਕੇ ਦੁਰਭਿਖ ਕਾਲ ਜਿਹੜਾ ਉਹ ਨੇੜੇ ਨਹੀਂ ਆਉਂਦਾ। ਜਾਂ ਉਸ ਦੇ ਨਾਮ ਨੂੰ ਸੁਣਨ ਕਰਕੇ ਜਿਹੜਾ ਮਨ ਨੂੰ ਕਾਲਾ ਕਰਨ ਵਾਲਾ ਕੌਣ? ਅਗਿਆਨ। ਉਹ ਸ਼ੋਭ ਨਹੀਂ ਸਕਦਾ। ਕਾਲ ਜਿਹੜੇ ਮਾੜੇ ਕਰਮ ਨੇ, ਪਾਪ ਕਰਮ, ਉਹ ਨਹੀਂ ਸੋਹ ਸਕਦੇ। ਅਤੇ ਪਾਪ ਨਾਸ ਹੋ ਜਾਂਦੇ ਨੇ, ਮਨੁੱਖ ਪਵਿੱਤਰ ਹੋ ਜਾਂਦਾ ਹੈ। ਵਾਹਿਗੁਰੂ ਦਾ ਨਾਮ ਸੁਣ ਕੇ ਮਨੁੱਖ ਨੂੰ ਕਾਲ, ਤਿੰਨੇ ਕਾਲ, ਭੂਤ ਕਾਲ, ਭਵਿੱਤ ਕਾਲ, ਵਰਤਮਾਨ ਛੋਹ ਨਹੀਂ ਸਕਦੇ। ਉਹ ਬ੍ਰਹਮ ਬੇਤੇ ਦੇ ਤਿੰਨੇ, ਇਹ ਪਕੜ ਤੋਂ ਬ੍ਰਹਮ ਬੇਤਾ ਬਾਹਰ ਹੋ ਗਿਆ, ਸੁਤੰਤਰ ਹੋ ਗਿਆ ਤਿੰਨੇ ਸਮੇਂ ਦੀ ਪਕੜ ਤੋਂ, ਜਿਵੇਂ ਵਾਹਿਗੁਰੂ ਬਾਹਰ ਹੈ। ਉਹ ਪ੍ਰਭੂ ਦਾ ਨਾਮ ਸੁਣ ਕਰਕੇ ਬ੍ਰਹਮ ਬੇਤਿਆਂ ਨੂੰ ਕਾਲ, ਮੌਤ ਛੋਹ ਨਹੀਂ ਸਕਦੀ, ਅਮਰ ਹੋ ਜਾਂਦੇ ਨੇ। ਇੱਛਾ ਅਨੁਸਾਰ ਸੀ, ਜਿਵੇਂ ਭੀਸ਼ਮ ਪਿਤਾਮਹ ਨੇ ਆਪਣੀ ਇੱਛਾ ਅਨੁਸਾਰ ਸੀ ਤਿਆਗਿਆ। 6 ਮਹੀਨੇ ਪਿਆਰਾ ਸੀ ਸੇਜਾ ਦੇ ਉੱਤੇ, ਤੀਰਾਂ ਦੀ ਸੇਜਾ ਸੀ। ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿਨ ਕੋ ਕਾਲ ਨ ਖਾਤੇ। ਰੰਗ ਤੁਮਾਰੇ ਲਾਲ ਪਏ ਹੈ ਰਾਮ ਨਾਮ ਰਸ ਮਾਤੇ। ਤਿੱਥੇ ਕਾਲ ਨ ਅਪੜੈ ਜਿੱਥੇ ਗੁਰ ਕਾ ਸ਼ਬਦ ਅਪਾਰ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਨਾ ਹੋਣਾ ਤੂੰ ਨੈ ਛੁਟੈ ਨਿਕਟ ਨ ਜਾਈ ਹੋ ਦੂਤ। ਪ੍ਰਹਲਾਦ ਵਰਗਿਆਂ ਦੀ ਰੱਖਿਆ ਹੋਈ। ਅਤੇ ਉਹ ਸਾਰਾ ਪ੍ਰਸੰਗ ਪੁਰਾਣਾਂ ਦੇ ਵਿੱਚ ਹੈ। ਇਹ ਅੱਗੇ ਹੁਣ ਜਿਸ ਪ੍ਰਕਾਰ ਦੱਸਦੇ ਨੇ, ਸੁਣੋ ਜੀ। ਨਾਨਕ ਭਗਤਾ ਸਦਾ ਵਿਗਾਸ। ਔੜੀ ਸਮਾਪਤੀ ਕਰਨ ਵੇਲੇ ਮਹਾਰਾਜ ਸਾਹਿਬ ਜੀ ਕਹਿੰਦੇ, ਜਿਹੜੇ ਭਗਤ ਨੇ ਸਿੱਧੋ, ਪ੍ਰੇਮਾ ਭਗਤੀ ਕਰਨ ਵਾਲੇ, ਉਹਨਾਂ ਦੇ ਹਿਰਦੇ ਦੇ ਅੰਦਰ ਅਤੇ ਪਰਮੇਸ਼ਰ ਵਾਹਿਗੁਰੂ ਦੇ, ਕਿਉਂਕਿ ਪ੍ਰੇਮਾ ਭਗਤੀ ਕੀਤੀ ਹੈ ਨਾ, ਉਹਨਾਂ ਦੇ ਹਿਰਦੇ ਹੋਰਨਾਂ ਦੇ ਹਿਰਦਿਆਂ ਨਾਲੋਂ ਵਿਸ਼ੇਸ਼ ਹੋ ਗਏ ਸਰਵਣ ਕਰਨ ਦੇ ਵਿੱਚ ਪਰਮਾਤਮਾ ਦੇ ਨਾਮ। ਉਹ ਹਮੇਸ਼ਾ ਹੀ ਵਿਕਾਸ, ਆਨੰਦ ਬਣਿਆ ਰਹਿੰਦਾ ਹੈ ਉਹਨਾਂ ਨੂੰ। ਭਗਤ ਜਨਾਂ ਨੂੰ ਨਾਮ ਸਰਵਣ ਕਰਕੇ ਸਦਾ ਹਮੇਸ਼ਾ ਹੀ ਵਿਕਾਸ, ਵੇ ਜਮਾ ਗਾਸ, ਵੇ ਵਿਸ਼ੇਸ਼ ਕਰਕੇ ਗਾਸ ਪ੍ਰਕਾਸ਼, ਬ੍ਰਹਮ ਦਾ ਚਾਨਣਾ ਆਪਣੇ ਸਰੂਪ ਦੀ ਸਿਖਿਆਤਾਕਾਰ ਹੋ ਜਾਂਦੀ ਹੈ। ਸੁਣਿਆ ਦੁਖ ਪਾਪ ਕਾ ਨਾਸ। ਕੋਟ ਸੂਰ ਨਾਨਕ ਪ੍ਰਕਾਸ਼। ਨਾਮ ਜਪਤ ਕੋਟ ਸੂਰ ਉਜਾਰਾ, ਬਿਨਸੇ ਭਰਮ ਅੰਧੇਰਾ। ਇਹ ਕਿਹਾ ਨਾਨਕ ਭਗਤਾ ਸਦਾ ਵਿਗਾਸ। ਸੁਣਿਆ ਦੁਖ ਪਾਪ ਕਾ ਨਾਸ। ਹੇ ਸਿੱਧੋ, ਉਸ ਪਰਮੇਸ਼ਰ ਦੇ ਨਾਮ ਨੂੰ ਸੁਣਿਆ ਸੁਣਨ ਦੇ ਨਾਲ ਤੇ ਦੁੱਖ ਅਤੇ ਪਾਪ ਦੋਨਾਂ ਦਾ ਹੀ ਨਾਸ ਹੋ ਜਾਂਦਾ, ਅੰਤ ਹੋ ਜਾਂਦਾ ਦੋਨਾਂ ਦਾ। ਜੋ ਪਾਪ ਦੁੱਖਾਂ ਦਾ ਕਾਰਨ, ਉਹਦਾ ਨਾਸ ਹੋ ਜਾਂਦਾ ਹੈ। ਦੁੱਖ ਨਾਸ, ਦੁੱਖਾਂ ਦਾ ਨਾਸ ਹੋ ਜਾਂਦਾ ਹੈ। ਤੋ ਇਸ ਕਰਕੇ ਜਾਂ ਫਿਰ ਜਿਹੜੇ ਧਨੰਤਰ ਵੈਦ ਅਤੇ ਮਹਾਰਿਸ਼ੀ ਵਿਆਸ ਜੀ, ਇਹ ਸਾਰੇ ਸਰਵਣ ਦਾ ਹੀ ਮਹਾਤਮ ਕਹਿਣ ਕਰ ਰਹੇ ਨੇ ਵੀ ਉਹ ਵਾਹਿਗੁਰੂ ਦਾ ਨਾਮ ਸੁਣਿਆ ਸੁਣਨ ਕਰਕੇ ਦੂ ਜਮਖ, ਦੂ ਕਠਨ, ਤੇਖਾ ਸਹਾਰਨਾ, ਜਿਹਦਾ ਸਹਾਰਨਾ ਕਠਨ ਹੋਵੇ ਉਹਨੂੰ ਦੁੱਖ ਕਹਿੰਦੇ ਨੇ। ਇਸ ਕਰਕੇ ਪਾਪ ਨਿਖਿੱਧ ਜਿਹੜੇ ਕਰਮ ਕੀਤੇ ਹੋਏ ਨੇ ਉਹਨਾਂ ਦਾ ਵੀ ਨਾਸ ਹੋ ਜਾਂਦਾ। ਸੁਣਿਆ ਦੁਖ ਪਾਪ ਕਾ ਨਾਸ।
ਤੇ ਜਿਸ ਪ੍ਰਕਾਰ ਇਹ ਦੁੱਖ ਤੇ ਪਾਪ ਦੇ ਨਾਸ ਦੀ ਗੱਲ ਕੀਤੀ ਹੈ, ਦੁੱਖ ਤੇ ਪਾਪ ਇਹਨਾਂ ਨੂੰ ਥੋੜ੍ਹਾ ਜਿਹਾ ਵਿਚਾਰ ਕੇ ਦੇਖੀਏ ਵੀ ਕੀ ਨੇ ਇਹ। ਅਸੀਂ ਜਿਹੜਾ ਵੀ ਕੋਈ ਕੰਮ ਕਰਦੇ ਹਾਂ ਹਮਕਤਾ ਦੇ ਸਹਿਤ ਵੀ ਮੈਂ ਕੀਤਾ, ਮਾੜਾ ਜਾਂ ਚੰਗਾ ਇਹਦੀ ਨਹੀਂ ਗੱਲ, ਉਹਦਾ ਕਰਮ ਬਣਦਾ। ਸੁਤੇ ਸਿੱਧ ਕਿਰਿਆ ਦਾ ਕੋਈ ਕਰਮ ਨਹੀਂ ਬਣਦਾ, ਜਿਹਦੇ 'ਚ ਸਾਡੀ ਪੂਰੀ ਅੰਦਰ ਤੇ ਹੰਗਤਾ ਕੰਮ ਕਰ ਰਹੀ ਹੈ ਵੀ ਹਮ ਕੀਆ ਹਮ ਕਰਾਂਗੇ। ਉਹ ਚਾਹੇ ਪੁੰਨ ਕਰਿਆ ਤਾਂ ਵੀ ਉਹ ਕਰਮ ਬਣ ਗਿਆ, ਪਾਪ ਕਰਿਆ ਤਾਂ ਵੀ ਕਰਮ ਬਣ ਗਿਆ। ਤੇ ਜਦੋਂ ਅਸੀਂ ਪਾਪ ਕਰਮ ਕਰਦੇ ਹਾਂ ਤੇ ਪਾਪ ਕਰਮ ਦਾ ਫਲ ਕੀ ਹੈ? ਕਿੱਕਰ ਦਾ ਬੀਜ ਬੀਜਾਂਗੇ, ਸੂਲਾਂ ਨਿਕਲਣਗੀਆਂ ਗਿੱਠ-ਗਿੱਠ ਦੀਆਂ, ਦਾਖਾਂ ਤਾਂ ਨਹੀਂ ਲੱਗਣ ਲੱਗੀਆਂ। ਤੇ ਇਸ ਕਰਕੇ ਭਾਈ ਗੁਰਦਾਸ ਸਾਹਿਬ ਨੇ ਕਿਹਾ ਵੀ ਕਿੱਕਰ ਬੀਜ ਕੇ ਜੱਟ ਦਾਖਾਂ ਮੰਗ ਜਾਏ, ਲੋੜੇ ਦਾਖ ਬਜੌਰੀਆਂ ਕਿੱਕਰ ਬੀਜਾ ਜੱਟ, ਹੰਡੇ ਉਨ ਕਤਾਏ ਦਾ ਪੈਂਦਾ ਲੋੜੇ ਪੱਟ। ਇਹ ਕਿਵੇਂ ਹੋ ਜਾਊ? ਮਾੜਾ ਕਰਮ ਕਰਕੇ ਬੰਦਾ ਚੰਗਾ ਫਲ ਚਾਹੁੰਦਾ, ਇਹ ਨਹੀਂ ਹੁੰਦਾ। ਜਿਹਾ ਬੀਜੈ, ਇਹ ਤਾਂ ਕਰਮਾਂ ਦੀ ਖੇਤੀ ਹੈ, ਜਿਹਾ ਬੀਜੈ ਸੋਲਣਾ ਕਰਮਾਂ ਸੰਦਰਾ ਖੇਤ। ਉਹ ਮਾੜਾ ਕਰਮ ਜਿਹੜਾ ਫਿਰ ਫਲ ਭੁਗਤਾਉਣ ਵਾਸਤੇ ਰੱਬ ਕਿਸੇ ਦੂਸਰੇ ਸਰੀਰ ਨੂੰ ਸਾਹਮਣੇ ਕਰ ਦਿੰਦਾ ਉਹਦੇ। ਦੇਖੋ ਕੈਸੀ ਖੇਡ ਹੈ ਰੱਬ ਦੀ, ਇਹੀ ਤਾਂ ਖੇਡ ਹੈ ਉਹਦੀ ਵੀ ਲੜੀ ਜਾਓ। ਉਹ ਉਹਦੇ ਨਾਲ ਲੜਦਾ, ਤੂੰ ਮੈਨੂੰ ਆਹ ਕਿਹਾ, ਤੂੰ ਮੇਰਾ ਮਾੜਾ ਕੀਤਾ ਹੈ, ਉਹ ਉਹਦੇ ਨਾਲ ਲੜਦਾ ਹੈ। ਅਸਲ ਦੇ ਵਿੱਚ ਪਿੱਛੇ ਸ਼ਕਤੀ ਹੈ ਕਰਮ ਦੀ, ਉਹਦਾ ਕਰਮ ਉਹਦੇ ਵਿੱਚ ਨੂੰ ਭੁਗਤਾਨ ਹੋ ਕੇ ਉਹਨੂੰ ਦੁੱਖ ਦੇ ਰਿਹਾ, ਉਹ ਸਵੀਕਾਰ ਨਹੀਂ ਕਰਦਾ। ਜੇ ਸਵੀਕਾਰ ਕਰ ਲਵੇ ਵੀ ਮੇਰਾ ਹੀ ਕਰਮ ਹੈ, ਝਗੜਾ ਤਾਂ ਖਤਮ ਹੋ ਜੂ, ਕਮ ਸੇ ਕਮ ਸ਼ਾਂਤੀ ਤਾਂ ਬਣੀ ਰਹੀ ਹੋਊਗੀ। ਹੁਣ ਇਹ ਪਾਪ ਕਰਮ ਦਾ ਫਲ ਹੈ, ਜਿੰਨੇ ਵੀ ਸਾਨੂੰ ਦੁੱਖ ਮਿਲ ਰਹੇ, ਸਰੀਰਕ ਦੁੱਖ ਮਿਲੇ, ਬਿਮਾਰੀ ਲੱਗੀ ਤਾਂ ਵੀ ਕਰਮ ਦਾ ਫਲ ਹੈ, ਬਿਮਾਰੀ ਹਟੀ ਪੁੰਨ ਕਰਮ ਮੂਹਰੇ ਆ ਗਿਆ। ਤੋ ਇਸ ਕਰਕੇ ਜਿਹੜੇ ਕਰਮ ਸਾਨੂੰ ਦੁੱਖ ਦੇਣੇ, ਸਮਝ ਲਓ ਵੀ ਆਹ ਤਾਂ ਹੁਣ ਤਾਂ ਪ੍ਰਲਬਧ ਬਣ ਗਈ। ਸਾਨੂੰ ਹੁਣ ਜਿਹੜੇ ਦੁੱਖ ਮਿਲ ਰਹੇ ਇਹਨਾਂ ਨਾਲੋਂ ਵੀ ਭਿਆਨਕ ਕੋਈ ਹੋਰ ਦੁੱਖ ਅਗਲੇ ਜਨਮ 'ਚ ਮਿਲਣ ਵਾਲਾ ਹੈ। ਅਸੀਂ ਨਾਮ ਜਪਿਆ, ਸਰਵਣ ਕੀਤਾ ਨਾਮ ਦਾ, ਤੇ ਇਹਦੇ 'ਚ ਦੋਏ ਚੀਜ਼ਾਂ ਇਕੱਠੀਆਂ ਖਤਮ ਕਰ ਦਿੰਦਾ ਪ੍ਰਮਾਤਮਾ। ਇੱਕ ਤਾਂ ਪਾਪ ਦੀ ਜੜ ਵੱਢ ਦਿੰਦਾ ਤੇ ਇੱਕ ਦੁੱਖ ਦੀ ਜੜ ਬੰਨ੍ਹਦਾ। ਸਰਵ ਰੋਗ ਕਾ ਔਖਦ ਨਾਮ ਤਾਂ ਕਿਹਾ, ਸੁਣਿਆ ਦੂਖ ਪਾਪ ਕਾ ਨਾਸ। ਇਹਦੇ ਉੱਤੇ ਅਗਲੀਆਂ ਜਿਹੜੀਆਂ ਪੰਕਤੀਆਂ ਨੇ ਜਿਹਦੇ ਵਿੱਚ, ਕਿਉਂਕਿ 4 ਵਾਰੀ ਇਹੀ ਆਉਣਾ ਸੁਣਿਆ ਦੂਖ ਪਾਪ ਕਾ ਨਾਸ, ਆਪਾਂ ਉਹਦੇ 'ਤੇ ਵਿਚਾਰ ਕਰ ਲਾਂਗੇ ਕਿਉਂਕਿ ਸਮਾਂ ਹੁਣ ਸਮਾਪਤੀ ਦੇ ਨੇੜੇ ਲੱਗਿਆ ਹੋਇਆ। ਇਸ ਕਰਕੇ ਵੀ ਮਾੜਾ ਕਰਮ ਕਰਨ ਤੋਂ ਪਹਿਲਾਂ ਸਾਨੂੰ ਇਹ ਫੈਸਲਾ ਕਰ ਲੈਣਾ ਚਾਹੀਦਾ ਵੀ ਇਹਦਾ ਫਲ ਜਦੋਂ ਦੁੱਖ ਰੂਪ 'ਚ ਹੋਊਗਾ ਉਦੋਂ ਚੀਕਾਂ ਤਾਂ ਨਹੀਂ ਮਾਰੇਗਾ। ਫਿਰ ਜੇ ਵੇਹੇ ਕਰਮ ਕਮਾਮ ਦੇ ਤੇ ਵੇਹੋ ਫਲ ਤੇ, ਜਿਹੋ ਜਿਹਾ ਕਰਮ ਕਰੇਗਾ ਉਹਦਾ ਫਲ ਤੈਨੂੰ ਮਿਲੂਗਾ। ਪਰ ਜਿਸ ਵੇਲੇ ਫਲ ਕਿਸੇ ਦੇ ਰਾਹੀਂ, ਉਹਦੇ 'ਚ ਵੀ ਪਰਮਾਤਮਾ 2 ਤਰ੍ਹਾਂ ਦੀ ਗੱਲ ਹੈ। ਇੱਕ ਤਾਂ ਉਸ ਦਾ ਪਿਛਲੇ ਜਨਮ 'ਚ ਮਾੜਾ ਕੀਤਾ ਹੋਇਆ ਤੇ ਉਹ ਹੁਣ ਮਾੜਾ ਕਰ ਰਿਹਾ, ਇੱਕ ਤਾਂ ਇਹ ਹੈ। ਦੂਸਰੀ ਇੱਕ ਹੋਰ ਗਹਿਰੀ ਗੱਲ ਹੈ ਇਹਦੇ ਵਿੱਚ, ਉਹ ਕੀ ਹੈ ਕਿ ਜਿਹਦਾ ਜੋ ਸਾਡਾ ਮਾੜਾ ਕਰ ਰਿਹਾ, ਉਹ ਸਾਡੇ ਮਾੜੇ ਕਰਮ ਦਾ ਫਲ ਰੱਬ ਉਹਦੇ ਵਿੱਚ ਨੂੰ ਹੋ ਕੇ ਦੇ ਰਿਹਾ, ਤੇ ਉਹ ਤੋਂ ਮਾੜਾ ਕਰਮ ਦਾ ਬੀਜ ਬੀਜ ਆ ਰਿਹਾ ਵੀ ਤੂੰ ਵੀ ਫਸਲ ਬੀਜ ਲੈ ਆਪਣੀ, ਉਹਦੇ ਮਾੜੇ ਕਰਮ ਦਾ ਫਲ ਉਹਨੂੰ ਗਾਹਾਂ ਮਿਲੂਗਾ। ਫਿਰ ਇਹ ਕਰਮਾਂ ਦੀ ਖੇਤੀ ਹੈ। ਪਰ ਨਾਮ ਸੁਣਨ ਦੇ ਨਾਲ ਦੁੱਖਾਂ ਦਾ ਵੀ ਨਾਸ ਹੈ, ਪਾਪਾਂ ਦਾ ਵੀ ਨਾਸ। ਜਦੋਂ ਪਾਪ ਦੀ ਜੜ ਵੱਢ ਗਈ, ਪਾਪ ਦੇ ਬਿਰਸ਼ ਦੀ, ਤਾਂ ਦੁੱਖਾਂ ਦਾ ਫਲ ਕਿੱਥੇ ਲਿਖੂਗਾ? ਪੇੜ ਮੁਡਾਹੂੰ ਕਟਿਆ ਤਿਸ ਡਾਲ ਸੁਕੰਦੇ। ਜਦੋਂ ਬਿਰਸ਼ ਦੀ ਜੜ ਵੱਢ ਦਿੱਤੀ, ਪੱਤੇ ਤਾਂ ਨਾਲ ਹੀ ਸੁੱਕ ਜਾਣੇ ਨੇ। ਇਸੇ ਤਰ੍ਹਾਂ ਜਦੋਂ ਪਾਪ ਦੀ ਜੜ ਵੱਢ ਦਿੱਤੀ ਬਾਣੀ ਨੇ, ਤਾਂ ਫਿਰ ਭਾਈ ਦੁੱਖਾਂ ਦਾ ਜੜ ਨਾਲ ਹੀ ਵੱਢੀ ਜਾਣੀ ਹੈ, ਨਾਲ ਹੀ ਸੁੱਕ ਜਾਣੇ ਹੈ। ਤੇ ਇਸ ਕਰਕੇ ਤਾਂ ਮਹਾਰਾਜ ਸਾਹਿਬ ਜੀ ਨੇ ਕਿਹਾ, ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸੁਖ ਹੋਏ, ਮੂਤ ਬਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਤੋਂ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵਾਂ ਕਰਨ। ਉੱਥੇ ਧੋਣ ਦੀ ਗੱਲ ਕੀਤੀ ਹੈ। ਧੋਤੇ ਗਏ ਪਾਪ ਨਿਵਰਤ, ਦੇਖੋ ਮੈਲ ਦੀ ਨਿਵਰਤੀ ਹੈ, ਚਾਹੇ ਧੋ ਕੇ ਕਰ ਦਿੱਤੀ। ਪਾਪ ਨਿਵਰਤ ਕਰਨੇ ਨੇ, ਪਾਪਾਂ ਦੀ ਜੜ ਨਾਮ ਨੇ ਵੱਢਣੀ ਹੈ। ਇਸ ਕਰਕੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪਏ ਅਰੋਗਾ। ਜਿਹੜੇ ਅੰਮ੍ਰਿਤ ਵੇਲੇ ਉੱਠਦੇ ਆ, ਵੈਸੇ ਹੀ ਸਰੀਰਕ ਤੌਰ 'ਤੇ ਬਲਵਾਨ ਰਹਿਣਗੇ, ਤੰਦਰੁਸਤੀ ਰਹੇਗੀ, ਸਰੀਰ ਨੂੰ ਲਾਭ ਵੀ ਪ੍ਰਤੱਖ ਤੌਰ 'ਤੇ ਮਿਲਦਾ ਹੈ। ਜਿਹੜੇ ਸਮਝ ਲਓ ਨਾਸਤਿਕ ਵੀ ਨੇ, ਰੱਬ ਨੂੰ ਮੰਨਦੇ ਨਹੀਂ, ਉਹ ਵੀ ਅੰਮ੍ਰਿਤ ਵੇਲੇ ਉੱਠਣ ਨਾ, ਸਰੀਰ ਦੂਜਿਆਂ ਦੇ ਮੁਕਾਬਲੇ ਤੰਦਰੁਸਤ ਰਹੂਗਾ।
ਤੋ ਇਸ ਕਰਕੇ ਅੰਮ੍ਰਿਤ ਵੇਲਾ ਸਚ ਨੋ ਵਡਿਆਈ ਵਿਚਾਰ। ਅੱਜ ਇਹ ਪੌੜੀ ਦੀ ਸਰਵਣ ਦਾ ਮਹਾਤਮ ਮਹਾਰਾਜ ਸਾਹਿਬ ਜੀ ਨੇ ਸ਼ੁਰੂ ਕੀਤਾ। ਇਹਦਾ ਪੌੜੀ ਦਾ ਸਾਰਾਂਸ਼ ਸੁਣ ਲਓ ਵੀ ਇਹਦਾ ਸਾਰਾਂਸ਼ ਕੀ ਹੈ। ਸਤਿਗੁਰੂ ਮਹਾਰਾਜ ਜੀ ਸੁਣਨ ਦੀ ਮਹਿਮਾ ਕਥਨ ਕਰਦਿਆਂ ਹੋਇਆਂ ਤੇ ਸਤਿਗੁਰੂ ਜੀ ਨੇ ਕਿਹਾ ਕਿ ਨਾਮ ਦੇ ਸੁਣ ਕਰਕੇ ਸਿੱਧ ਪੀਰ ਵੱਡੇ ਵੱਡੇ ਨਾਥ ਵਾਹਿਗੁਰੂ ਦੇ ਨਾਮ ਸਰਵਣ ਦੀ ਮਹਿਮਾ ਕਰ ਰਹੇ ਨੇ। ਵਾਹਿਗੁਰੂ ਦਾ ਨਾਮ ਸੁਣਨ ਕਰਨ ਦੇ ਨਾਲ ਸਿੱਧਾਂ ਪੀਰਾਂ ਮਛੰਦਰਨਾਥ ਗੋਰਖਨਾਥ ਦੇਵਤਿਆਂ ਦੀਆਂ ਇੰਦਰ ਆਦਿ ਦੀਆਂ ਪਦਵੀਆਂ ਪ੍ਰਾਪਤ ਹੋਈਆਂ ਤੇ ਸਰਾਫਾਂ ਤੋਂ ਰਹਿਤ ਹੋਏ ਇੰਦਰ ਵਰਗੇ 1000 ਨੇਤਰ ਮਿਲੇ ਉਹਨੂੰ ਗੁਰੂ ਦੇ ਕੋਲੋਂ ਨਾਮ ਦੇ ਮਹਾਤਮੇ। 101 ਸਾਲ ਨਾਮ ਹੀ ਸੁਣਿਆ ਸੀ, ਨਾਮ ਦਾ ਮਹਾਤਮ ਸੁਣਿਆ ਸੀ। ਤੇ ਇਸ ਤਰ੍ਹਾਂ ਦਾ ਜਿਹੜਾ ਵਾਹਿਗੁਰੂ ਦਾ ਸਰੂਪ ਦਾ ਸਿਮਰਨ ਹੀ ਹੈ ਨਾ, ਤੇ ਉਹ ਵਾਹਿਗੁਰੂ ਜਿਹਾ ਸੁੱਖ ਜਿਹੜਾ ਕਿਤੇ ਨਹੀਂ ਨਾਮ ਸਿਮਰਨ ਦੇ ਵਿੱਚ ਸੁੱਖ ਹੈ। ਉਹਦੇ ਸਰਵਣ ਕੀਤਿਆਂ ਜੰਮਣ ਮਰਨ ਦੀ ਪੀੜਾ ਖਤਮ ਹੋ ਜਾਂਦੀ ਹੈ। ਉਹਨਾਂ ਨੂੰ ਸਿੱਧ ਜਿੱਤ ਲਈਦਾ ਉਹਨਾਂ ਪੀੜਾ ਨੂੰ। ਤੇ ਉਹਨਾਂ ਦੇ ਸੁਰ ਇੰਦਰ 5 ਗਿਆਨ ਇੰਦਰੇ 5 ਕਰਮ ਇੰਦਰੇ 4 ਅੰਤਸ਼ਕਰਨ, ਇਹ 14 ਇੰਦਰੇ 14 ਇਹਨਾਂ ਦੇ ਦੇਵਤੇ 14 ਇਹਨਾਂ ਦੇ ਵਿਸ਼ੇ, ਇਹਨਾਂ ਸਾਰਿਆਂ ਨੂੰ ਉਹਨਾਂ ਦੇ ਨਾਥ ਨੱਥ ਲਿਆ, ਅਧੀਨ ਕਰ ਲਿਆ। ਸੁਰਨਾਥ ਸਾਰੇ ਦੇਵਤੇ ਨਾਥਾਂ ਸ਼੍ਰੋਮਣੀ ਹੋ ਜਾਂਦਾ। ਤੇ ਪੀਰ ਵੱਡਾ ਪਰਮੇਸ਼ਰ ਹੈ ਸਾਰਿਆਂ ਦਾ, ਉਹ ਹੈ ਪੀਰਾਂ ਦਾ ਪੀਰ। ਜਿਵੇਂ ਗੁਰੂ ਨਾਨਕ ਸਾਹਿਬ ਕੇ ਜਹਰ ਪੀਰ ਗੁਰੂ ਨਾਨਕ ਬਾਬਾ, ਉਹਦੀ ਸਿੱਧ ਪ੍ਰਾਪਤੀ ਹੋ ਜਾਂਦੀ ਹੈ ਗੁਰੂ ਨਾਨਕ ਸਾਹਿਬ। ਪਰਮੇਸ਼ਰ ਵਾਹਿਗੁਰੂ ਦੀ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਸੁਣਿਆ ਉਹਨਾਂ ਨੂੰ ਧਰਤੀ ਵਿੱਚ ਆਕਾਸ਼ ਵਿੱਚ ਪਤਾਲ ਵਿੱਚ ਵਾਹਿਗੁਰੂ ਦਾ ਨਾਮ ਦੀਆਂ ਗੂੰਜਾਂ ਪੈਂਦੀਆਂ ਸੁਣਦੀਆਂ। 7 ਦੀਪਾਂ 14 ਲੋਕਾਂ ਵਿੱਚ 7 ਪਤਾਲਾਂ ਦੇ ਵਿੱਚ ਪਰਮੇਸ਼ਰ ਦਾ ਨਾਮ ਸਰਵਣ ਕਰਨ ਵਾਲਿਆਂ ਨੂੰ ਕਾਲ ਸਪਰਸ਼ ਨਹੀਂ ਕਰ ਸਕਦਾ। ਇਸ ਕਰਕੇ ਵਾਹਿਗੁਰੂ ਜੀ ਦੇ ਭਗਤਾਂ ਨੂੰ ਹਿਰਦੇ ਵਿੱਚ ਸਦਾ ਹੀ ਵਿਗਾਸ ਖੇੜਾ ਬਣਿਆ ਰਹਿੰਦਾ ਹੈ। ਨਾਮ ਸੁਣ ਕਰਕੇ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ। 64 ਅੱਖਰਾਂ ਦੇ ਵਿੱਚ ਇਸ ਪੌੜੀ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ 8ਵੀਂ ਪੌੜੀ ਇੱਥੇ ਸਮਾਪਤ ਕੀਤੀ ਹੈ। 9ਵੀਂ ਪੌੜੀ ਹੁਣ ਕੱਲ੍ਹ ਆਏਗੀ, ਇੱਥੇ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।